ਜੈ ਗੁਰਦੇਵ, ਧੰਨ ਗੁਰਦੇਵ। ਕਾਂਚੀ ਟੀਵੀ ਅਤੇ ਬੀਨਸ ਟੀਵੀ ਤੇ ਦੇਖ ਰਹੇ ਸਾਧ ਸੰਗਤ ਜੀ, ਆਪ ਸਭ ਨੂੰ ਜੀ ਆਇਆਂ, ਵੈਲਕਮ ਕਰਦੇ ਹਾਂ। ਤੇ ਨਵੇਂ ਮੁੱਦੇ ਲੈ ਕੇ ਜਿਸ ਤਰ੍ਹਾਂ ਹਰੇਕ ਵੀਰਵਾਰ ਆਉਂਦੇ ਆ, ਤੇ ਅੱਜ ਵੀ ਸਾਡੇ ਸਟੂਡੀਓ ਦੇ ਵਿੱਚ ਨਵੇਂ ਮਹਿਮਾਨ ਆਏ ਹਨ। ਮੇਰੇ ਖੱਬੇ ਹੱਥ ਆਪਣੇ ਜੀ ਰਵਿੰਦਰ ਚੌਹਾਨ ਜੀ, ਤੇ ਉਹਨਾਂ ਦੇ ਨਾਲ ਸਾਡੇ ਮਹਿਮਾਨ ਪਰਮਜੀਤ ਜੱਸਲ ਜੀ, ਜੋ ਮਾਨਤੋਵਾ ਤੋਂ ਆਏ ਹੋਏ ਹਨ, ਇਟਲੀ ਤੋਂ। ਉਹਨਾਂ ਦੇ ਨਾਲ ਰਾਜ ਬੰਗੜ ਜੀ, ਜੋ ਸਾਡੇ ਕਾਂਚੀ ਟੀਵੀ ਦੇ ਟਰਸਟੀ ਹਨ। ਉਹਨਾਂ ਦੇ ਨਾਲ ਸਾਡੇ ਰਾਮਜੀ ਦਾਸ ਚੰਦਰ ਜੀ, ਜੋ ਸ਼੍ਰੀ ਗੁਰਦਾਸ ਮਿਸ਼ਨ ਇੰਟਰਨੈਸ਼ਨਲ ਹਾਊਸ ਦੇ ਖਜ਼ਾਨਚੀ ਹਨ। ਤੇ ਸਾਰਿਆਂ ਨੂੰ ਜੀ ਆਇਆਂ, ਜੈ ਗੁਰਦੇਵ, ਧੰਨ ਗੁਰਦੇਵ। ਤੇ ਇੱਕ ਦੋ ਅਨਾਉਂਸਮੈਂਟ ਹਨ, ਉਸ ਤੋਂ ਬਾਅਦ ਆਪਾਂ ਗੱਲਬਾਤ ਜੋ ਵੀ ਹੈ ਜਾਰੀ ਰੱਖਾਂਗੇ। 26 ਅਪ੍ਰੈਲ ਕੱਲ ਨੂੰ ਪਾਰਮਪ ਜਨਸਾ ਵਿਖੇ ਇੱਕ ਡੇਰਾ ਸੱਚਖੰਡ ਬੱਲਾ ਦੇ ਮਹੰਤ ਤਪਸਵੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਅਤੇ ਉਹਨਾਂ ਦੇ ਵਜ਼ੀਰ 108 ਸਰਿੰਦਰ ਦਾਸ ਬਾਬਾ ਜੀ, ਜੋ ਯੂਰਪ ਦੀ ਧਰਤੀ ਦੇ ਉੱਤੇ ਪਹੁੰਚ ਚੁੱਕੇ ਹਨ, ਜਿਨ੍ਹਾਂ ਦੇ ਅੱਜ ਵੀ ਪਾਰਮਪ ਜਨਸਾ ਦੇ ਵਿੱਚ ਮਾਨਤੋਵਾ ਵਿੱਚ ਪ੍ਰੋਗਰਾਮ ਹੋਇਆ, ਜੋ ਬਹੁਤ ਹੀ ਸਕਸੈਸਫੁਲ ਪ੍ਰੋਗਰਾਮ ਸੀ। ਉਸ ਦੇ ਵਿੱਚ 5 ਤੋਂ ਲਾ ਕੇ 7000 ਬੰਦੇ ਦੀ ਗਿਣਤੀ ਦੱਸੀ ਜਾਂਦੀ ਆ। ਤੇ ਮਹਾਂਪੁਰਸ਼ਾਂ ਦੇ ਪ੍ਰਵਚਨ ਜੋ ਵੀ ਯੂਰਪ ਦੀ ਧਰਤੀ ਤੇ ਚੱਲ ਰਹੇ ਹਨ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਮਹਾਂਪੁਰਸ਼ਾਂ ਨੇ ਜਾ ਕੇ ਆਪਾਂ ਨਮਸਕਾਰਾਂ ਕਰੀਏ ਅਤੇ ਉਹਨਾਂ ਦੇ ਪ੍ਰਵਚਨ ਸੁਣੀਏ ਜੀ। 26 ਅਪ੍ਰੈਲ ਕੱਲ ਨੂੰ ਪਾਰਮਪ ਜਨਸਾ ਵਿਖੇ ਮਹਾਂਪੁਰਸ਼ਾਂ ਦੇ ਪ੍ਰਵਚਨ ਹੋਣਗੇ। 26 ਤਰੀਕ ਨੂੰ ਕੱਲ ਨੂੰ ਹੀ ਬਰੇਸ਼ੀਆ ਵਿਖੇ ਮਹਾਂਪੁਰਸ਼ਾਂ ਦੇ ਪ੍ਰਵਚਨ ਹੋਣਗੇ। ਉੱਥੇ ਦੀਆਂ ਕਮੇਟੀਆਂ ਨੂੰ, ਉੱਥੇ ਦੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਤੁਸੀਂ ਟਾਈਮ ਪਤਾ ਕਰ ਸਕਦੇ ਹੋ। 26 ਤਰੀਕ ਨੂੰ ਵੀ ਕੱਲ ਨੂੰ ਹੀ ਬਚੈਂਸਾ ਵਿਖੇ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਮਹਾਂਪੁਰਸ਼ਾਂ ਦਾ ਕੀਤਾ ਜਾਵੇਗਾ। 27 ਅਪ੍ਰੈਲ ਨੂੰ ਤਰਵੀਜੋ ਵਿਖੇ ਡੇਰਾ ਸੱਚਖੰਡ ਬੱਲਾ ਦੇ ਮਹੰਤ ਤਪਸਵੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਅਤੇ ਉਹਨਾਂ ਦੇ ਵਜ਼ੀਰ 108 ਸਰਿੰਦਰ ਦਾਸ ਬਾਬਾ ਜੀ ਤਰਵੀਜੋ 27 ਤਰੀਕ ਨੂੰ ਆਪਣੇ ਪ੍ਰਵਚਨ ਦੇਣਗੇ। 28 ਅਪ੍ਰੈਲ ਨੂੰ ਸ਼੍ਰੀ ਗੁਰਦਾਸ ਧਾਰਮਿਕ ਸਥਾਨ ਰੋਮ ਗੁਰਨਾਮ ਸੁਮਨ ਜੀ ਸਾਨੂੰ ਸੂਚਨਾ ਦਿੰਦੇ ਹਨ ਕਿ ਰੋਮ ਦੀ ਧਰਤੀ ਉੱਤੇ, ਰੋਮ ਦੀ ਜੋ ਗੁਰੂ ਘਰ ਹੈ, 28 ਤਰੀਕ ਨੂੰ ਮਹਾਂਪੁਰਸ਼ਾਂ ਦਾ ਉੱਥੇ ਸਤਸੰਗ ਹੋਵੇਗਾ। 28 ਅਪ੍ਰੈਲ ਨੂੰ ਹੀ ਸਵੋਦੀਆ ਲਤੀਨਾ ਵਿਖੇ ਗੁਰਨਾਮ ਸੁਮਨ ਜੀ ਸਾਨੂੰ ਫੇਰ ਸੂਚਨਾ ਦਿੰਦੇ ਹਨ ਕਿ ਉੱਥੇ ਹੀ ਮਹਾਂਪੁਰਸ਼ਾਂ ਦੇ ਪ੍ਰਵਚਨ ਕੀਤੇ ਜਾਣਗੇ। ਤੇ 29 ਤਰੀਕ ਨੂੰ ਨਹਿਰ ਨਿਤੈਨੀ ਵਿਖੇ ਰੇਸ਼ਮ ਲਾਲ ਜੀ ਸੂਚਨਾ ਦਿੰਦੇ ਹਨ ਸਾਨੂੰ। ਉਹਨਾਂ ਨੇ ਸਾਨੂੰ ਸਾਰਿਆਂ ਨੇ ਈਮੇਲਾਂ ਕੀਤੀਆਂ, ਜਿਨ੍ਹਾਂ ਨੇ ਸਾਨੂੰ ਈਮੇਲਾਂ ਕੀਤੀਆਂ ਹਨ, ਅਸੀਂ ਉਹਨਾਂ ਦੇ ਜੋ ਵੀ ਪ੍ਰੋਗਰਾਮ ਹਨ ਉਹ ਲੋਕ ਸਾਰੀ ਸੰਗਤ ਤੱਕ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਦੱਸਿਆ ਜਾਵੇ। ਤੇ ਇਸ ਦੇ ਨਾਲ ਨਾਲ ਹੀ 4 ਮਈ ਨੂੰ ਜਾਗੋ ਆ ਜੋ ਨੈ ਆਪਣੇ ਸ਼੍ਰੀ ਗੁਰਦਾਸ ਕਰੋਪੀ ਗ੍ਰੀਸ ਵਿਖੇ 4 ਤਰੀਕ ਨੂੰ ਸ਼ਨੀਚਰਵਾਰ ਨੂੰ ਜਾਗੋ ਕੱਢੀ ਜਾ ਰਹੀ ਹੈ। 5 ਤਰੀਕ ਨੂੰ ਮਹਾਂਪੁਰਸ਼ਾਂ ਦੇ ਪ੍ਰਵਚਨ ਹੋਣਗੇ। ਮੇਰਾ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਫੋਨ ਕਰਕੇ ਜੋ ਮਹਾਂਪੁਰਸ਼ਾਂ ਦੇ ਪ੍ਰੋਗਰਾਮ ਹਨ, ਜਿਸ ਤਰ੍ਹਾਂ ਵੀ ਉਹਨਾਂ ਨੇ ਕਮੇਟੀਆਂ ਲਿਖੇ ਹੋਏ ਹਨ, ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ। ਜਿੱਥੇ ਜਿੱਥੇ ਪ੍ਰੋਗਰਾਮ ਹਨ, ਸਾਡੀ ਕਾਂਚੀ ਟੀਵੀ ਵੱਲੋਂ ਬੇਨਤੀ ਹੈ ਕਿ ਸਾਰੇ ਭੈਣਾਂ ਭਰਾਵਾਂ ਨੂੰ, ਸੰਗਤਾਂ ਸਾਰੀਆਂ ਨੂੰ, ਕਿ ਉੱਥੇ ਹਰੇਕ ਪ੍ਰੋਗਰਾਮ ਤੇ ਪਹੁੰਚੋ ਅਤੇ ਰੌਣਕ ਨੂੰ ਵਧਾਓ ਅਤੇ ਮਹਾਂਪੁਰਸ਼ਾਂ ਦੇ ਪ੍ਰਵਚਨ ਸੁਣੋ ਜੀ। ਤੇ ਅਸੀਂ ਹੁਣ ਪਿਛਲੇ ਹਫ਼ਤੇ ਸਾਡੇ ਜੋ ਇੰਗਲੈਂਡ ਦੀ ਧਰਤੀ ਦੇ ਉੱਤੇ 23 ਤਰੀਕ ਨੂੰ ਲੰਡਨ ਆਫ ਪਾਰਲੀਮੈਂਟ ਦੇ ਮੂਹਰੇ ਜੋ ਸਾਰੀਆਂ ਕਮਿਊਨਿਟੀਆਂ ਦੀ ਜਿੱਤ ਹੋਈ ਆ, ਜਿਸ ਦੇ ਵਿੱਚ ਜਾਤ ਤੋੜ ਜਿਹੜੇ ਡਿਸਕ੍ਰਿਮੀਨੇਸ਼ਨ ਬਿੱਲ ਆ ਉਹ ਪਾਸ ਹੋਇਆ ਹੈ, ਉਸ ਦੇ ਬਾਰੇ ਸਾਡੇ ਕੋਲ ਪਰਮਜੀਤ ਜੱਸ ਜੀ ਮਾਨਤੋਵਾ ਤੋਂ ਆਏ ਹਨ। ਪਹਿਲਾਂ ਉਹ ਦੋ ਆਪਣੇ ਗੀਤ ਰਾਹੀਂ ਆਪਣੇ ਬੋਲ ਸੁਣਾਉਣਗੇ ਜੀ। ਬੰਦਿਆ ਹੰਕਾਰ ਵਾਲੀ ਪੀਂਘ ਨਹੀਂ ਚੜੀਦਾ, ਬੰਦਿਆ ਹੰਕਾਰ ਵਾਲੀ ਪੀਂਘ ਨਹੀਂ ਚੜੀਦਾ। ਆਦਮੀ ਸ਼ਰਾਬੀ ਨਾਲ ਕਦੇ ਨਹੀਂ ਲੜੀਦਾ, ਆਦਮੀ ਸ਼ਰਾਬੀ ਨਾਲ ਕਦੇ ਨਹੀਂ ਲੜੀਦਾ। ਇੰਜ ਨਹੀਂ ਕਰੀਦਾ, ਇੰਜ ਨਹੀਂ ਕਰੀਦਾ, ਇੰਜ ਨਹੀਂ ਕਰੀਦਾ, ਇੰਜ ਨਹੀਂ ਕਰੀਦਾ। ਉਹ ਜ਼ਿੰਦਗੀ ਦੇ ਰਾਹਾਂ ਵਿੱਚ ਔਕੜਾਂ ਵੀ ਆਉਂਦੀਆਂ, ਖੁਸ਼ੀ ਅਤੇ ਗਮੀ ਦੋਵੇਂ ਰਲ ਗਿੱਧਾ ਪਾਉਂਦੀਆਂ। ਉਹ ਜ਼ਿੰਦਗੀ ਦੇ ਰਾਹਾਂ ਵਿੱਚ ਔਕੜਾਂ ਵੀ ਆਉਂਦੀਆਂ, ਖੁਸ਼ੀ ਅਤੇ ਗਮੀ ਦੋਵੇਂ ਰਲ ਗਿੱਧਾ ਪਾਉਂਦੀਆਂ। ਹੌਸਲੇ ਦੇ ਨਾਲ ਬਾਰ ਦੋਹਾਂ ਦਾ ਜਰੀਦਾ, ਦੋਹਾਂ ਦਾ ਜਰੀਦਾ। ਇੰਜ ਨਹੀਂ ਕਰੀਦਾ, ਇੰਜ ਨਹੀਂ ਕਰੀਦਾ। ਬੰਦਿਆ ਹੰਕਾਰ ਵਾਲੀ ਪੀਂਘ ਨਹੀਂ ਚੜੀਦਾ, ਇੰਜ ਨਹੀਂ ਕਰੀਦਾ, ਇੰਜ ਨਹੀਂ ਕਰੀਦਾ।
ਉਹ ਦੁਖੀਆਂ ਦੇ ਦਿਲਾਂ ਤਾਈ ਕਦੇ ਵੀ ਸਤਾਈਏ ਨਾ, ਬੈਰੀਆਂ ਦੇ ਘਰ ਜਾ ਕੇ ਖਾਣਾ ਕਦੇ ਖਾਈਏ ਨਾ। ਉਹ ਦੁਖੀਆਂ ਦੇ ਦਿਲਾਂ ਤਾਈ ਕਦੇ ਵੀ ਸਤਾਈਏ ਨਾ, ਬੈਰੀਆਂ ਦੇ ਘਰ ਜਾ ਕੇ ਖਾਣਾ ਕਦੇ ਖਾਈਏ ਨਾ। ਜੂਹੇ ਵਾਲੀ ਟਾਣੀ ਵਿੱਚ ਕਦੇ ਨਹੀਂ ਖੜੀਦਾ, ਇੰਜ ਨਹੀਂ ਕਰੀਦਾ, ਇੰਜ ਨਹੀਂ ਕਰੀਦਾ। ਬੰਦਿਆ ਹੰਕਾਰ ਵਾਲੀ ਪੀਂਘ ਨਹੀਂ ਚੜੀਦਾ, ਇੰਜ ਨਹੀਂ ਕਰੀਦਾ, ਇੰਜ ਨਹੀਂ ਕਰੀਦਾ। ਉਹ ਦਰ ਤੇ ਸਵਾਲੀ ਆਇਆ ਖਾਲੀ ਵੀ ਨਾ ਮੋੜੀਏ, ਟਹਿਣੀਆਂ ਦੇ ਨਾਲ ਕੱਚੇ ਫੁੱਲ ਵੀ ਨਾ ਤੋੜੀਏ। ਦਰ ਤੇ ਸਵਾਲੀ ਆਇਆ ਖਾਲੀ ਵੀ ਨਾ ਮੋੜੀਏ, ਟਹਿਣੀਆਂ ਦੇ ਨਾਲ ਕੱਚੇ ਫੁੱਲ ਵੀ ਨਾ ਤੋੜੀਏ। ਉਹ ਭੁੱਲ ਕੇ ਵੀ ਡੂੰਘੇ ਪਾਣੀ ਵਿੱਚ ਨਹੀਂ ਬੜੀਦਾ, ਇੰਜ ਨਹੀਂ ਕਰੀਦਾ, 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 ਇੰਜ ਨਹੀਂ ਕਰੀਦਾ। ਇਹ ਸਨ ਸਾਡੇ ਪਰਮਜੀਤ ਜੱਸਲ ਜੀ, ਜਿਹੜੇ ਮਾਨਤੋਬਾ ਤੋਂ ਇਟਲੀ ਤੋਂ ਆਏ ਹਨ। ਉਹਨਾਂ ਨੇ ਆਪਣੇ ਵਿਚਾਰ ਜੋ ਗੀਤ ਰਾਹੀਂ, ਆਪਣੇ ਤੁੰਬੀ ਰਾਹੀਂ ਸਾਨੂੰ ਪੰਜਾਬ ਦੀ ਯਾਦ ਆ ਗਈ, ਜਿੱਥੇ ਤੁੰਬੀ ਦੇ ਗੀਤ ਸੁਣਿਆ ਕਰਦੇ ਸਾਂ। ਤੇ ਅਸੀਂ ਹੁਣ ਰਾਜ ਬੰਗੜ ਜੀ, ਜਿਨ੍ਹਾਂ ਨੇ ਬਹੁਤ ਹੀ ਜੋ ਡਿਸਕ੍ਰਿਮੀਨੇਸ਼ਨ ਬਿੱਲ ਬਣਿਆ, ਜੋ ਪਾਸ ਹਾਊਸ ਆਫ ਲੋਰਡ ਦੇ ਵਿੱਚ ਹੋਇਆ 23 ਤਰੀਕ ਨੂੰ, ਉਹਦੇ ਬਾਰੇ ਤੁਸੀਂ ਬਹੁਤ ਮਿਹਨਤ ਕੀਤੀ। ਮਿਹਨਤ ਸਾਰਿਆਂ ਨੇ ਆਪਾਂ ਬਹੁਤ ਕੀਤੀ ਹੈ, ਸਾਰਿਆਂ ਨਾਲ ਮਿਲ ਕੇ, ਲੇਕਿਨ ਤੁਹਾਡਾ ਯੋਗਦਾਨ ਜ਼ਿਆਦਾ, ਤੁਸੀਂ ਉਸ ਦੇ ਬਾਰੇ ਆਪਣੇ ਵਿਚਾਰ ਦਿਓ। ਥੈਂਕ ਯੂ ਰਮੇਸ਼। ਯੋਗਦਾਨ ਜਿਹੜਾ ਜ਼ੋਰ ਲੱਗਾ ਸੀ ਇੱਥੇ, ਇਹ ਮੇਰਾ ਨਹੀਂ ਲੱਗਾ ਸੀਗਾ, ਇਹ ਆਪਣੀ ਸਾਰੀ ਕੌਮ ਦਾ ਲੱਗਾ ਸੀਗਾ, ਸਾਰੀ ਕਮਿਊਨਿਟੀ ਦਾ ਲੱਗਾ ਸੀਗਾ, ਰਾਈਟ। ਜੋ ਹੋਇਆ ਮੈਂ ਤੈਨੂੰ ਥੋੜ੍ਹਾ ਸਮਝਾ ਦੇਵਾਂ ਕਿ ਉਸ ਦਿਨ ਹੋਇਆ ਕੀ, ਰਾਈਟ। ਉਸ ਦਿਨ ਜਿਹੜੀ ਵੋਟ, ਇੱਕ ਵੋਟ ਹੋਈ ਸੀ 22 ਤਰੀਕ ਨੂੰ ਹਾਊਸ ਆਫ ਲੋਰਡਸ ਦੇ ਵਿੱਚ, ਕਿਉਂਕਿ ਜਿੱਦਣ ਇਹ ਹਾਊਸ ਆਫ ਕਾਮਨਸ ਦੇ ਵਿੱਚ ਆਪਾਂ ਇਹ ਲੂਜ਼ ਕੀਤਾ ਹੈ ਨਾ, ਉਸ ਤੋਂ ਬਾਅਦ ਹਾਊਸ ਆਫ ਕਾਮਨਸ ਦੇ ਵਿੱਚ ਦੁਬਾਰਾ ਲੋਰਡਸ ਦੇ ਵਿੱਚ ਦੁਬਾਰਾ ਗਈ। ਹਾਊਸ ਆਫ ਲੋਰਡਸ ਦੇ ਵਿੱਚ ਫਿਰ ਆਪਾਂ 13 ਵੋਟਾਂ 'ਤੇ ਜਿੱਤੇ ਸੀਗੇ, ਰਾਈਟ। ਕਿ ਇੱਕ ਗਰੁੱਪ ਸੀਗਾ ਜਿਨ੍ਹਾਂ ਨੇ ਸਾਡੇ ਤੋਂ ਚੇਂਜ ਅਗੇਂਸਟ, ਉਹਨਾਂ ਨੇ ਚੇਂਜ ਕਰ ਲਿਆ ਸੀ, ਉਹਨਾਂ ਨੇ ਕੋਈ ਗੌਰਮੈਂਟ ਨਾਲ ਡੀਲ ਕਰ ਲਿਆ ਸੀਗਾ ਕਿ ਜੇ ਤੁਸੀਂ ਇਹਦੇ ਗੌਰਮੈਂਟ ਦੇ ਹੱਕ ਪਾਉਂਗੇ ਜੀ, ਅੱਗੇ ਉਹ ਹੋਰ ਕੋਈ ਬਿੱਲ ਦੇ ਵਿੱਚ ਉਹ ਉਹਨਾਂ ਦੇ ਅੱਗੇ ਨਾਲ ਵੋਟ ਕਰੂਗੇ। ਗਵਰਨਮੈਂਟ ਦਾ ਪ੍ਰੈਸ਼ਰ ਪੈ ਗਿਆ ਕਿ ਹਾਂ, ਗੌਰਮੈਂਟ ਦਾ ਪ੍ਰੈਸ਼ਰ ਸੀਗਾ ਉਹਨਾਂ 'ਤੇ ਪੈ ਗਿਆ ਕਿ ਉਹ ਸਾਡੀਆਂ 13 ਵੋਟਾਂ ਰਹਿ ਗਈਆਂ ਸੀ। ਉਸ ਤੋਂ ਬਾਅਦ ਫਿਰ 23 ਤਰੀਕ ਨੂੰ ਵੋਟ ਹੋਣੀ ਸੀਗੀ ਹਾਊਸ ਆਫ ਕਾਮਨਸ ਦੇ ਵਿੱਚ, ਰਾਈਟ। ਜਦ 23 ਤਰੀਕ ਨੂੰ ਵੋਟ ਹੋਣੀ ਸੀ, ਜਿਹੜੀ ਉਸ ਦਿਨ ਪਹਿਲੋਂ ਇੱਕ ਗੌਰਮੈਂਟ ਕਹਿੰਦੀ ਸੀਗੀ ਕਿ ਜਿਹੜਾ ਕਾਸਟ ਆ ਉਹਨੂੰ ਅਸੀਂ ਡਿਸੈਂਟ, ਔਰ ਜਿਹੜਾ ਲਫ਼ਜ਼ ਆ ਉਹ ਡਿਸੈਂਟ ਨੂੰ ਬਦਲਣਾ ਚਾਹੁੰਦੇ ਆ। ਡਿਸੈਂਟ ਖਾਨਦਾਨੀ, ਮਤਲਬ ਕਿ ਜਿਹੜਾ ਤੁਹਾਡਾ ਡਿਸੈਂਟ ਆ, ਰਾਈਟ, ਉਹ ਬਦਲਣਾ ਚਾਹੁੰਦੇ ਆ। ਉਹਦੇ ਵਿੱਚ ਫਿਰ ਜਦੋਂ ਮੇਰੀ MP ਨਾਲ ਗੱਲ ਹੋਈ ਸੀਗੀ, MP ਨੇ ਕਿਹਾ ਸੀਗਾ ਕਿ ਤੁਹਾਡੀਆਂ ਈਮੇਲਸ ਬਹੁਤ ਆਈਆਂ ਆ, ਤੁਹਾਡੀ ਰਿਪਰੈਜ਼ੈਂਟੇਸ਼ਨ ਕਮਿਊਨਿਟੀ 'ਚ ਬਹੁਤ ਆਈ ਆ ਕਿ ਬਹੁਤ ਹੁਣ ਕੰਜ਼ਰਵੇਟਿਵ MPs ਆ ਜਿਹੜਾ ਇਹਦੇ ਸਾਡੇ ਹੱਕ ਦੇ ਵਿੱਚ ਵੋਟ ਪਾਉਣ ਨੂੰ ਤਿਆਰ ਆ। ਇਸ ਕਰਕੇ ਗੌਰਮੈਂਟ ਨੇ ਆਪਣਾ ਪੋਜੀਸ਼ਨ ਚੇਂਜ ਕੀਤਾ। ਹੁਣ ਉਹ ਜਿਹੜਾ ਪੋਜੀਸ਼ਨ ਚੇਂਜ ਹੋਇਆ, ਉਹ ਹੋਇਆ ਕਿ ਕਾਸਟ ਰਹੂਗਾ ਵਿੱਚ। ਜਿਹੜਾ ਬਿੱਲ ਦੇ ਵਿੱਚ ਇੱਕ ਲਫ਼ਜ਼ ਸੀਗਾ ਕਿ ਮੈਂ ਸ਼ਾਇਦ ਉਹ ਕਾਸਟ ਕਾਨੂੰਨ ਦੇ ਵਿੱਚ ਲਿਆਵੇ, ਉਹ ਹੁਣ ਚੇਂਜ ਕਰ ਦਿੱਤਾ ਹੈ ਕਿ ਮਸਟ, ਰਾਈਟ, ਕਿ ਹੁਣ ਲਿਆਉਣਾ ਪਊਗਾ। ਜਿਹੜਾ ਟਾਈਮ ਸਕੇਲ ਉਹਨਾਂ ਨੇ ਰੱਖਿਆ ਕਿ 2 ਸਾਲ ਦਾ ਰੀਜ਼ਨ ਇਹ ਰੱਖਿਆ ਕਿ ਕੰਸਲਟੇਸ਼ਨ ਹੋਗੀ, ਸਾਰੇ ਜਿੰਨੇ ਵੀ ਗਰੁੱਪਸ ਇਨਵੋਲਵਡ ਆ ਇਹਦੇ ਵਿੱਚ, ਉਹ ਸਾਰੇ ਬੈਠ ਕੇ ਗੌਰਮੈਂਟ ਨੂੰ ਜਾਂ ਜਿਹੜੀ ਉਹਨਾਂ ਨੂੰ ਬੋਡੀ ਅਪੋਇੰਟ ਕਰਨੀ ਆ ਕਿ ਇਹ ਕੰਸਲਟੇਸ਼ਨ ਕਰਨ ਨੂੰ, ਉਹਦੇ ਨਾਲ ਬੈਠ ਕੇ ਦੱਸੂਗੇ ਕਿ ਇਹ ਕਾਨੂੰਨ ਕਿਸ ਤਰ੍ਹਾਂ ਇਹ ਫਰੇਮ ਕੀਤਾ ਜਾਊਗਾ, ਕਿ ਇਹਦੇ ਵਿੱਚ ਗਾਈਡੈਂਸ ਹੋਣੀ ਆ ਕਿ ਕੋਰਟਸ ਦੇ ਵਿੱਚ ਲਈ ਤਾਂ ਹੋਰ ਡਾਕੂਮੈਂਟਸ ਦੇ ਵਿੱਚ ਗਾਈਡੈਂਸ ਹੋਣੀ ਆ, ਤਾਂ ਉਹ ਫਰੇਮ ਕੀਤਾ ਜਾਊਗਾ। ਉਹਦਾ ਟਾਈਮ ਸਕੇਲ 2 ਸਾਲ ਉਹਨਾਂ ਨੇ ਰੱਖਿਆ ਮੈਕਸੀਮਮ, ਰਾਈਟ। ਰਾਜ, ਮੈਂ ਇਹਦੇ ਵਿੱਚ ਇੱਕ ਗੱਲ ਪੁੱਛਣੀ ਚਾਹੁੰਦਾ, ਡਿਸਕ੍ਰਿਮੀਨੇਸ਼ਨ ਬਿੱਲ ਬਣਿਆ ਕਿ ਇਹ ਸਾਡੇ ਲੋਕਾਂ ਲਈ ਆ? ਨਹੀਂ, ਇਹ ਤਾਂ ਸਾਰਿਆਂ ਲਈ ਆ। ਇਹ ਸਿਰਫ ਇਹ ਸੋਚਦੇ ਆ ਕਿ ਆਪਾਂ ਇਹ ਸਿਰਫ ਇਨਟੱਚੇਬਲਸ ਲਈ ਆ, ਰਾਈਟ। ਨਹੀਂ, ਇਹ ਸਿਰਫ ਆਪਣੇ ਲਈ ਨਹੀਂ ਆ, ਦਲਿਤ ਲਈ ਨਹੀਂ ਹੈ, ਇਹ ਸਾਰਿਆਂ ਲਈ ਆ। ਜੇ ਆਪਾਂ ਵੀ ਆਪਣੇ ਚੋਂ ਵੀ ਕੋਈ ਕਰਦਾ ਆ ਹੋਰ ਕਾਸਟ ਨਾਲ ਕਿ ਅਸੀਂ ਕੰਮ ਤੇ ਨਹੀਂ ਤੈਨੂੰ ਰੱਖਣਾ ਕਰਕੇ ਤੁਸੀਂ ਹੋਰ ਜਾਦੇ ਆ ਜਾਂ ਕਾਸਟ ਦੇ ਆ, ਰਾਈਟ, ਉਹਨਾਂ ਦੇ ਫਾਇਦੇ 'ਚ ਵੀ ਆ। ਇਹ ਹਰ ਇੱਕ ਕਮਿਊਨਿਟੀ ਦੇ ਫਾਇਦੇ 'ਚ ਆ। ਰਾਮ ਜੀ, ਮੈਂ ਤੁਹਾਨੂੰ ਗੱਲ ਪੁੱਛਦਾ ਸੀ, ਲਾਸਟ ਵੀਕ ਮੈਂ ਟੈਲੀ ਕਿਸੇ ਤੇ ਦੇਖਦਾ ਸੀ, ਉਹ ਕਹਿ ਰਹੇ ਲੋਕ ਜਿਹੜੇ ਉੱਥੇ ਇੰਡੀਆ 'ਚ ਦੁਆ ਸੀਗਾ ਰਿਜ਼ਰਵੇਸ਼ਨ, ਇੱਥੇ ਵੀ ਰਿਜ਼ਰਵੇਸ਼ਨ ਮੰਗਦੇ, ਇਹਦਾ ਲਿੰਕ ਕੀ ਹੈ ਇਹਦੇ ਨਾਲ? ਰਿਜ਼ਰਵੇਸ਼ਨ ਦੇਖੋ, ਰਿਜ਼ਰਵੇਸ਼ਨ ਦਾ ਕੋਈ ਲਿੰਕ ਨਹੀਂ ਇਹਦੇ ਨਾਲ ਹੈਗਾ। ਇੰਨਾ ਜ਼ਰੂਰ ਆ ਕਿ ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੀ ਆ ਕਿ ਕਾਸਟ ਤੇ ਬੰਦਿਆਂ ਦੀ ਬਣਾਈ ਹੋਈ ਆ, ਪਰਮਾਤਮਾ ਦੀ ਨਹੀਂ ਬਣਾਈ ਹੋਈ।
ਸੋ ਪਰ ਲੇਕਿਨ ਇਹ ਗੱਲ ਜ਼ਰੂਰ ਹੈਗੀ ਆ, ਇਹਦਾ ਉਹਦੇ ਨਾਲ ਲਿੰਕ ਨਹੀਂ ਆ। ਜਿੱਦਾਂ ਇਹ ਇਕੱਲਾ ਰਾਜ ਉਹਨਾਂ ਨੇ ਵੀ ਕਿਹਾ, ਰਾਜਵੀਰ ਉਹਨਾਂ ਨੇ ਵੀ ਕਿਹਾ ਕਿ ਇਹ ਇਕੱਲਾ ਸਾਡੇ ਤੇ ਨਹੀਂ ਹੈਗਾ ਇਹਦਾ ਬੈਨੀਫਿਟ ਸਾਰਿਆਂ ਤੇ ਲਾਗੂ ਹੁੰਦਾ, ਜੋ ਵੀ ਵੱਖਰੀਆਂ ਵੱਖਰੀਆਂ ਕਾਸਟ ਨੇ ਉਹਨਾਂ ਤੇ ਲਾਗੂ ਹੁੰਦਾ ਕਿ ਅਗਰ ਇੱਕ ਕਾਸਟ ਇੱਕ ਇਨਸਾਨ ਦੂਜੇ ਦੇ ਨਾਲ ਕਾਸਟ ਲੈਵਲ ਤੇ ਕੋਈ ਡਿਸਕ੍ਰਿਮੀਨੇਟਿੰਗ ਕਰਦਾ ਭਾਵੇਂ ਅਸੀਂ ਹੋਈਏ, ਅਸੀਂ ਕਿਸੇ ਨਾਲ ਕਰਾਂਗੇ ਤੇ ਅਸੀਂ ਵੀ ਉਹਦੇ ਦੇਣਦਾਰ ਹੋਵਾਂਗੇ। ਅਗਰ ਸਾਡੇ ਨਾਲ ਕੋਈ ਕਰੇਗਾ ਤੇ ਉਹ ਵੀ ਉਹਦਾ ਦੇਣਦਾਰ ਹੋਏਗਾ। ਇਹਦੇ ਵਿੱਚ ਰਿਜ਼ਰਵੇਸ਼ਨ ਦਾ ਕੋਈ ਇਸ਼ੂ ਨਹੀਂ ਹੈਗਾ, ਇਹਦੇ ਵਿੱਚ ਇਕੁਆਲਿਟੀ ਆ। ਇਹ ਪਾਰਟ ਆਫ ਇਕੁਆਲਿਟੀ ਬਿੱਲ ਆ, ਇਹਨੂੰ ਕਹਿੰਦੇ ਕਿ ਬਰਾਬਰਤਾ। ਇੱਕ ਪਾਰਲੀਮੈਂਟ ਦੇ ਵਿੱਚ ਬਰਾਬਰਤਾ ਦਾ ਬਿੱਲ ਆ, ਇਕੁਆਲਿਟੀ ਐਕਟ ਜਿਹੜਾ 2010 ਇਹਨੂੰ ਕਹਿੰਦੇ ਆ, ਇਹ ਉਹਦੇ ਅੰਡਰ ਆਇਆ। ਬਰਾਬਰਤਾ ਦੇ ਐਕਟ ਦੇ ਅੰਡਰ ਇਹ ਚੀਜ਼ ਆਈ ਆ ਕਿ ਹਰ ਇੱਕ ਇਨਸਾਨ ਨੂੰ, ਹਰ ਇੱਕ ਜਿੱਦਾਂ ਕਹਿੰਦੇ ਵੀ ਜਿੱਦਾਂ ਨੇਸ਼ਨਜ਼ ਆ ਜਾਂ ਜਿੱਦਾਂ ਜਾਤਾਂ ਪਾਤਾਂ ਨੇ, ਹਰ ਇੱਕ ਇਨਸਾਨ ਨੂੰ ਆਪਣੇ ਪੂਰੇ ਅਧਿਕਾਰ ਵਾਲੀ ਬੇਗਮਪੁਰ ਵਾਲੀ ਗੱਲ ਆ ਗਈ, ਉਹੀ ਬਰਾਬਰਤਾ ਜ਼ਰੂਰ ਹੋਣੀ ਚਾਹੀਦੀ ਆ। ਤੁਸੀਂ ਕਿਸੇ ਦੀ ਮਤਲਬ ਕਿ ਵੱਧ ਚੜ੍ਹ ਕੇ ਐਵੇਂ ਨਹੀਂ ਬੇਇੱਜ਼ਤੀ ਕਰ ਸਕਦੇ, ਠੀਕ ਹੈ ਨਾ। ਇਹਨੂੰ ਇਕੁਆਲਿਟੀ ਵੱਲ ਕਹਿੰਦੇ ਕਿ ਇਕੁਆਲਿਟੀ ਮਤਲਬ ਕਿ ਬਰਾਬਰਤਾ। ਚੌਹਾਨ ਸਾਹਿਬ, ਗੁਰੂ ਗ੍ਰੰਥ ਸਾਹਿਬ ਜਿਹੜਾ ਆ ਪਵਿੱਤਰ ਗ੍ਰੰਥ ਆ, ਉਹਦੇ ਵਿੱਚ ਸਾਰੇ ਗੁਰੂਆਂ ਨੇ 1 ਤੋਂ ਲਾ ਕੇ 10 ਗੁਰੂਆਂ ਤੱਕ ਉਹਨਾਂ ਨੇ ਕਿਹਾ ਕੋਈ ਜਾਤ ਪਾਤ ਨਹੀਂ, ਲੇਕਿਨ ਉਹਨੂੰ ਮੰਨਣ ਵਾਲੇ ਵਿਰੋਧ ਕਰ ਰਹੇ ਸੀ ਕੱਲ ਪਾਰਲੀਮੈਂਟ ਦੇ ਬਾਹਰ। ਇਹਦਾ ਤੁਹਾਡਾ ਖਿਆਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਕਮੀਆਂ ਜਾਂ ਉਹਨੂੰ ਮੰਨਣ ਵਾਲਿਆਂ 'ਚ ਕਮੀ ਆ? ਦੇਖੋ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅਸੀਂ ਸਾਡੇ ਜਿਹੜੇ ਸੋਸ਼ਲ ਚੈਨਲ ਉਹਨਾਂ ਤੇ ਵੀ ਅਸੀਂ ਉਹਨਾਂ ਦੀ ਵਾਰਤਾਲਾਪ ਸੁਣੀ, ਕਿਉਂਕਿ ਗੁਰੂਆਂ ਪੀਰਾਂ ਨੇ ਤਾਂ ਆਪਣੀ ਜ਼ਿੰਦਗੀ ਇਸ ਪਾਸੇ ਲਾਈ। ਮਾਨਸ ਕੀ ਜਾਤ ਸਭ ਇੱਕ ਪਹਿਚਾਨ ਵੋ, ਕਿਉਂਕਿ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਮਾਨਸ ਆ, ਕਿਉਂਕਿ ਇਹਦੀ ਕੋਈ ਜਾਤ ਨਹੀਂ। ਉਹਨਾਂ ਗੁਰੂਆਂ ਪੀਰਾਂ ਨੇ ਤਾਂ ਕਿਹਾ ਹੈ, ਕਿਉਂਕਿ ਮਿਸਾਲ ਦੀ ਗੱਲ ਇਹ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਛਕ ਆਇਆ ਪੰਜਾਂ ਪਿਆਰਿਆਂ ਨੂੰ ਬਾਅਦ ਇੱਕ ਬਾਟੇ ਦੇ ਵਿੱਚ ਸਾਂਝਾ ਅੰਮ੍ਰਿਤ ਛਕਾਇਆ, ਇੱਕ ਬਾਟੇ ਦੇ ਵਿੱਚ ਸਾਰਿਆਂ ਨੂੰ ਉਹਦੇ ਵਿੱਚ ਆਪ ਹੀ ਉਹਨਾਂ ਨੇ ਛਕਿਆ। ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਵੀ ਕੋਈ ਜਾਤ ਪਾਤ ਮਜ਼ਹਬ ਨਹੀਂ, ਪਰ ਉਹਨੂੰ ਮੰਨਣ ਵਾਲੇ, ਉਹਨਾਂ ਨੂੰ ਮੰਨਣ ਵਾਲੇ ਉਸੇ ਪੁਆਇੰਟ ਤੇ ਕਿਉਂ ਅੰਗੇਜਡ ਹੋਏ ਵੇ ਉੱਥੇ ਪਾਰਲੀਮੈਂਟ ਦੇ ਬਾਹਰ? ਕਿਉਂਕਿ ਪ੍ਰੋਬਲਮ ਇਹ ਹੈਗੀ ਆ, ਕਿਉਂਕਿ ਅਸੀਂ ਜਿਹੜੇ ਗੁਰੂ ਘਰਾਂ ਦੇ ਵਿੱਚ ਜਾ ਕੇ ਬਾਣੀਆਂ ਵੀ ਸੁਣਦੇ ਹਾਂ, ਪੜ੍ਹਦੇ ਵੀ ਹਾਂ, ਲਿਖਦੇ ਵੀ ਹਾਂ, ਪਰ ਦੂਜੇ ਪਾਸੇ ਕਿਉਂਕਿ ਅਸੀਂ ਉੱਥੇ ਜ਼ਰੂਰ ਕਹੇ ਉਹਨਾਂ ਦੀ ਬਾਣੀ ਜ਼ਰੂਰ ਪੜ੍ਹਦੇ ਹਾਂ, ਪਰ ਬਾਣੀ 'ਤੇ ਅਮਲ ਨਹੀਂ ਕਰਦੇ। ਗੁਰੂ ਸਾਹਿਬਾਂ ਨੇ ਆਪਣੀਆਂ ਜ਼ਿੰਦਗੀਆਂ ਲਾਤੀਆਂ, ਆਪਣੇ ਪਰਿਵਾਰ ਸਾਰੇ ਸਾਡੇ ਲਈ ਉਹਨਾਂ ਨੇ ਸ਼ਹੀਦ ਕੀਤੇ, ਕਰਵਾਏ। ਅਤੇ ਇਸੇ ਕਰਕੇ ਪਰ ਅਸੀਂ ਜੋ ਅੱਜ ਕੱਲ੍ਹ ਕਰ ਰਹੇ ਹਾਂ, क्योंकि वो साड़ी जो दरख्त खाली हो फूल और पत्तों से उस पर पंछियों के घोंसले नहीं होते, क्योंकि अंदर जो मेरे है, क्योंकि सारे ये रौला पा रहे सी भी जिस तरह हुणे राम जी ने कहा भी जिस तरह ये लोग इंडिया दे विच रिजर्वेशन करके बहुत सारे बेनीफिट लै रहे हैं भी यही, क्योंकि इत्थे मैं आप सुनिया चैनल ते भी उस रिजर्वेशन ते भी शायद इत्थे फायदे लै लैणगे। उन्होंने पुछण वाला होवे भी ये किहड़े बेस ते वो गल कर रहे सीगे, ये खामखा जिहड़ियां झक्कां मार रहे आ, खामखा जिहड़ियां तोतियां गल्लां, सच्चाई तो दूर है, सच्चाई तो बहुत दूर है। इस करके मैं तो जरूर कहना चाहुंदा हां उन्हां दे दिल दे विच इन्नी जहर भरी है, वो जहर जिहड़ी उगल के हुण सामने आ रही है, वो सामने आ रही है। इस करके कांची टीवी दा, विनस टीवी दा और बाकी सारियां कम्यूनिटियां दा जिन्हां ने भी इहदे विच हिस्सा पाया, जिन्हां भी मेरा ख्याल कई पछताउंदे भी होणगे, साडे गुरु घर भी लो जी असी कुछ लैके नहीं जाना, असी हिस्सा नहीं पाना, क्यों कि वो इस दुनिया ते रहने दे, वो इस कम्यूनिटी का हिस्सा नहीं। जे वो इस कम्यूनिटी का हुण बिल बन गया बेनीफिट उन्होंने होने आ, चाहे कोई सिख है, चाहे मुसलमान है, चाहे हिंदू है, चाहे कोई भी आ, सारिਆਂ ਲਈ एक ਸਾਂਝਾ ਬਿੱਲ ਬਣਿਆ। ਇਸ ਕਰਕੇ ਉਹ ਜਿਹੜੀ ਰਿਜ਼ਰਵੇਸ਼ਨ ਦੀ ਗੱਲ ਕਰ ਰਹੇ ਸੀ ਉਹ ਤਾਂ ਬੇਵਕੂਫੇ ਗੱਲ ਕਹਿ ਕੇ ਨਾ ਆਪਣੇ ਆਪ ਨੂੰ ਅੰਦਰਲੀ ਜਿਹੜੀ ਉਹਨਾਂ ਦੇ ਦੱਸ ਰਹੇ ਸਾਡੇ ਅੰਦਰ ਕੀ ਹੈ, ਅੰਦਰ ਜ਼ਹਿਰ ਹੈ ਉਹ ਬਾਹਰ ਕੱਢ ਰਿਹਾ। ਜਿਹਨਾਂ ਬੰਦਿਆਂ ਤੇ ਅਸੀਂ ਟਰਸਟ ਕਰਦੇ ਸੀ ਤੇ ਬੰਦੇ ਸਾਡੇ ਨਾਲ ਖੜੇ ਆ, ਉਹਨਾਂ ਨੇ ਵੀ। ਥੈਂਕ ਯੂ ਵੈਰੀ ਮਚ ਤੁਹਾਡਾ ਪਰਮਜੀਤ ਜੱਸਲ ਜੀ। ਤੁਸੀਂ ਆਪਾਂ ਨੂੰ ਬਹੁਤ ਖੁਸ਼ੀ ਆ, ਦੁਨੀਆ ਦੇ ਕੋਨੇ ਵਿੱਚੋਂ ਈਮੇਲਾਂ ਆ ਰਹੀਆਂ, ਕਾਂਚੀ ਟੀਵੀ ਨੂੰ ਆ ਰਹੀਆਂ, ਸਾਰਿਆਂ ਨੂੰ ਆ ਰਹੀਆਂ, ਸੰਗਤਾਂ ਸਾਰੀਆਂ ਨੂੰ। ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ? ਇਟਲੀ ਦੇ ਵਿੱਚ ਮਾਹੌਲ ਕਿੱਦਾਂ ਦਾ ਸੀ? ਇਟਲੀ ਦੇ ਵਿੱਚ ਤੇ ਸਾਰੀ ਸੰਗਤ ਨੂੰ ਬਹੁਤ ਖੁਸ਼ੀ ਸੀ ਇਸ ਚੀਜ਼ ਦੀ ਕਿ ਜਿਹੜਾ ਕੋਡ ਸੀ ਜਾਤ ਪਾਤ ਦਾ, ਇਹ ਬੜੀਆਂ ਸਦੀਆਂ ਤੋਂ ਸਾਨੂੰ ਚਿੰਬੜਿਆ ਹੋਇਆ ਸੀਗਾ। ਜਿਹੜਾ ਕਿ ਇਹ ਇੰਗਲੈਂਡ ਦੇ ਵਿੱਚ ਇਹਦਾ ਵਿਰੋਧ ਕੀਤਾ ਗਿਆ, ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਅਸੀਂ ਵਿਦੇਸ਼ ਦੇ ਵਿੱਚ ਆ ਕੇ ਵੀ ਅਸੀਂ ਜਿਹੜੀ ਆ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਆ। ਇਹ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਸਾਡੀ ਕੌਮ ਦਾ, ਹੁਣ ਸਾਡੀ ਕੌਮ ਨੇ ਸਾਨੂੰ ਕਿੰਨਾ ਸਬੂਤ ਦਿੱਤਾ ਆ ਤੇ ਸਾਡੀ ਕੌਮ ਜਿਹੜੀ ਆਪਣੇ ਆਪ ਨੂੰ ਕਿੰਨੀ ਐਡਵਾਂਸ ਸਮਝ ਰਹੀ ਆ।
ਤੇ ਜਿਹੜੀ ਸਾਡੀ ਆਉਣ ਵਾਲੀ ਪਨੀਰੀ ਆ ਉਹਨੂੰ ਵੀ ਜਿਹੜਾ ਸਾਡੀ ਜਿੱਤ ਹੋਈ ਆ ਇਹਦੇ ਬਾਰੇ ਆਉਣ ਵਾਲੀ ਪਨੀਰੀ ਨੂੰ ਸਾਨੂੰ ਕਿੰਨਾ ਫਾਇਦਾ ਹੋਣਾ ਇਹਦਾ, ਤੇ ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਆ, ਸਾਰੀਆਂ ਸੰਗਤਾਂ ਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਇਹ ਆ। ਸਨ ਪਰਮਜੀਤ ਜੱਸਲ ਜੀ। ਰਾਜਬੰਗ ਜੀ ਮੈਂ ਕਲੇਰ ਸਾਹਿਬ ਤੁਹਾਨੂੰ- ਤੁਹਾਡੀ ਗੱਲ ਮੈਂ ਟੋਕ ਰਿਹਾ, ਮੈਂ ਰਾਜ ਬਜੂ ਤੇ ਗੱਲ ਕਲੀਅਰ ਕਰਾਉਣਾ ਚਾਹੁੰਦਾ। ਇਹਨਾਂ ਨੇ ਕਿਹਾ ਵੀ ਜਿਹੜੀ 2 ਸਾਲ ਦਾ ਕੰਸਲਟੇਸ਼ਨ ਪੀਰੀਅਡ ਆ, ਹਾਂਜੀ ਇਹਦਾ ਮਤਲਬ ਉਹ ਜਿਹੜਾ ਬਿੱਲ ਸੀ ਹਾਊਸ ਆਫ ਲੋਰਡ ਦੇ ਵਿੱਚ ਉਹ ਪਾਸ ਹੋ ਗਿਆ। ਕੰਸਲਟੇਸ਼ਨ ਦਾ ਮਤਲਬ ਇਹ ਹੈ ਕਿ ਉਹਦੇ ਵਿੱਚ ਜਾਂ ਉਹਨਾਂ ਨੇ ਉਹਨੂੰ ਕੋਈ ਤਰੀਕੇ ਦੇ ਨਾਲ ਉਹ ਇੱਕ ਅਮੈਂਡਮੈਂਟ ਕਰਨੀ ਆ ਜਾਂ ਉਹ ਬਿੱਲ ਨੂੰ ਸੋਧਣਾ ਆ, ਯਾਨੀ ਬਿੱਲ ਤਾਂ ਕਲੀਅਰ ਪਾਸ ਹੋ ਗਿਆ ਨਾ। ਬਿੱਲ ਪਾਸ ਹੋ ਗਿਆ। ਕੰਸਲਟੇਸ਼ਨ ਦੀ ਮੈਂ Consultation ਵਿੱਚ ਉਹਨਾਂ ਨੇ ਉਹਨੂੰ improve ਕਰਨਾ ਹਾਲੇ ਜਾਂ ਕੁਛ? ਉਹ ਹੁੰਦੀ ਗਾਈਡੈਂਸ, ਜਿਹੜੀ ਕੋਰਟਸ ਨੂੰ ਗਾਈਡੈਂਸ ਜਾਂ ਬਿਜ਼ਨੈਸਿਸ ਨੂੰ ਗਾਈਡੈਂਸ ਦਿੰਦੇ ਆ ਨਾ, ਉਹ ਸਾਰਾ ਫਰੇਮ ਕਰਕੇ ਕਿ ਕਿਸ ਤਰ੍ਹਾਂ ਉਹ ਡਾਕੂਮੈਂਟ ਦਿੱਤੇ ਜਾਣੇ ਆ, ਕਿਹੜੀ ਟ੍ਰੇਨਿੰਗ ਹੋਊਗੀ, ਜਿਹੜੇ ਬਿਜ਼ਨਸ ਦੇ ਐਡਵਾਈਜ਼ਰਸ ਆ ਉਹਨਾਂ ਨੂੰ ਕਿਹੜੀ ਟ੍ਰੇਨਿੰਗ ਮਿਲੂਗੀ, ਇਹ ਸਾਰਾ ਕੁਝ ਫਰੇਮ ਹੋਣਾ ਆ। ਹੁਣ ਜਿਹੜਾ ਵਧੀਆ ਤਰੀਕੇ ਨਾਲ ਵਧੀਆ ਤਰੀਕਾ ਇਹਦੇ ਵਿੱਚ ਸਾਰਿਆਂ ਦਾ ਯੋਗਦਾਨ ਹੋਣਾ ਹੈ ਕਿ ਸਾਰਿਆਂ ਨੇ ਇਹਦੇ ਇਨਪੁਟ ਕਰਨਾ, ਆਪਾਂ ਵੀ ਕਰਨਾ ਆ ਤੇ ਦੂਸਰੀ ਕਮਿਊਨਿਟੀਜ਼ ਨੇ ਵੀ ਕਰਨਾ। ਪਰ ਕੁਝ ਕਮਿਊਨਿਟੀਜ਼ ਨੇ ਹੁਣ ਇੱਥੇ ਗੱਲ ਨਹੀਂ ਖਤਮ ਹੁੰਦੀ, ਇਹ ਸਾਡੀ ਜਿਹੜੀ ਲੜਾਈ ਆ ਇਹ ਇੱਥੇ ਖਤਮ ਨਹੀਂ ਹੁੰਦੀ ਕਿ ਬਿੱਲ ਬਣ ਗਿਆ ਠੀਕ ਆ, ਰਾਈਟ। ਹੁਣ ਅੱਗੇ ਜਿਹੜਾ ਕੰਸਲਟੇਸ਼ਨ ਦੇ ਵਿੱਚ ਉਹਦੇ ਵਿੱਚ ਵੀ ਗੱਲਾਂ ਚੱਲਣੀਆਂ ਆ, ਉਹਦੇ ਵਿੱਚ ਵੀ ਡਿਸਕਸ਼ਨਸ, ਉਹਦੇ ਵਿੱਚ ਇਹ ਰਿਜ਼ਰਵੇਸ਼ਨ ਦਾ ਵੀ ਵਿੱਚ ਆਉਣਾ ਆ, ਉਹਨਾਂ ਨੇ ਐਕਿਊਜ਼ੇਸ਼ਨਸ ਵੀ ਮੇਕ ਕਰਨੇ ਆ। ਉਹਦੇ ਵਿੱਚ ਇੱਕ ਆਰਗੇਨਾਈਜੇਸ਼ਨ ਨੇ ਕਹਿ ਵੀ ਦਿੱਤਾ ਆ ਕਿ ਅਸੀਂ ਬਾਇਕਾਟ ਕਰਨਾ ਹੈ ਇਹਨੂੰ, ਰਾਈਟ। ਹਾਲੇ ਵੀ ਕੋਸ਼ਿਸ਼ ਹੋ ਰਹੀ ਆ, ਡਿਲੇਇੰਗ ਟੈਕਟਿਕਸ ਵੀ ਹੋਣੇ ਆ ਐਂਡ ਇਹਨੂੰ ਡਾਇਲੂਟ ਕਰਨ ਦਾ ਵੀ ਟੈਕਟਿਕਸ ਹੋਣੇ ਆ। ਐਂਡ ਇਹ ਹੁਣ ਆਪਾਂ ਨੂੰ ਥੋੜਾ ਜਿਹਾ ਇਕੱਠੇ ਹੋ ਕੇ ਜਿਸ ਤਰ੍ਹਾਂ ਆਪਾਂ ਇਕੱਠੇ ਹੋ ਕੇ ਨਾ ਚੱਲੇ ਆ ਹੁਣ, ਰਾਈਟ, ਆਪਾਂ ਦਿਖਾ ਦਿੱਤਾ ਹੈ ਸਾਰਿਆਂ ਨੂੰ ਕਿ ਜੇ ਆਪਾਂ ਇਕੱਠੇ ਹੋਈਏ ਨਾ ਆਪਾਂ ਕੁਝ ਕਰ ਸਕਦੇ ਆ। ਰਾਜ ਮੈਂ ਤੁਹਾਡੀ ਗੱਲ ਨੂੰ ਐਡ ਕਰਦਾ ਹਾਂ। ਗੱਲ ਅੱਜ ਤੋਂ 25 ਸਾਲ ਪਹਿਲਾਂ ਦੀ ਗੱਲ ਆ, ਜਦੋਂ ਨੈਸ਼ਨੈਲਿਟੀ ਬਿੱਲ ਬਣਨਾ ਸੀ ਉਦੋਂ ਬਣਿਆ, ਉਹਦੇ ਰੱਖਤੇ ਕਿੰਨਵਾਂ, ਤੇ ਕਈ ਲੋਕ ਆਪਣੇ ਗੁਰੂ ਘਰ ਸਾਊਥ ਗੁਰੂ ਘਰ ਚ ਆਏ ਬਈ ਸਵੇਰ ਨੂੰ ਇੱਥੋਂ ਕੋਚਾਂ ਲੈ ਜਾਣੀਆਂ ਹਾਈਡ ਪਾਰਕ ਪ੍ਰੋਟੈਸਟ ਕਰਨਾ, ਨੈਸ਼ਨਲ ਜਿਹੜਾ ਇਹ ਦੂਆ ਬਣਿਆ ਨੈਸ਼ਨੈਲਿਟੀ ਬਿੱਲ ਆ ਉਹ ਬਣਨਾ ਨਹੀਂ ਚਾਹੀਦਾ ਬਈ ਸਾਨੂੰ ਤਾਂ 21ਵਾਂ 22ਵਾਂ ਦਰਜਾ ਆ ਰਿਹਾ। ਉੱਥੇ ਸਾਡੇ ਇੱਕ ਭਾਈ ਬੰਦ ਨੇ ਉੱਠ ਕੇ ਖੜੇ ਹੋ ਕੇ ਕਿਹਾ ਸੀ ਤੁਹਾਨੂੰ ਇੰਗਲੈਂਡ ਦੀ ਧਰਤੀ ਤੇ 21ਵਾਂ 22ਵਾਂ ਦਰਜਾ ਆਉਂਦਾ, ਅਸੀਂ ਜਿਸ ਧਰਤੀ ਦੇ ਵਸਿੰਦੇ ਆ ਸਾਡਾ ਦਰਜਾ ਹੀ ਕੋਈ ਨਹੀਂ, ਐਟਲੀਸਟ ਸਾਡਾ ਵੀ ਦਰਜਾ ਤੁਹਾਡਾ 21ਵਾਂ 22ਵਾਂ ਤੁਹਾਡੇ ਨਾਲ ਆਊਗਾ। ਇਹ ਜਿਹੜੀ ਚੀਜ਼ ਅੱਜ ਡਿਸਕ੍ਰਿਮੀਨੇਸ਼ਨ ਬਿੱਲ ਬਣਿਆ ਆ, ਮੈਂ ਲੱਗਦਾ ਉਹੀ ਚੀਜ਼ ਜਿਹੜੀ ਅੱਜ ਅਸੀਂ ਇਕੁਅਲ ਹੋ ਗਏ, ਸਾਰੇ ਬਰਾਬਰ ਹੋ ਗਏ, ਯਾਨੀ ਸਾਡਾ ਨੰਬਰ ਤਾਂ ਕਿਤੇ ਲੱਗਾ ਨਾ, ਨੰਬਰ ਲੱਗਾ। ਸਾਡੀ ਕੰਟਰੀ ਸਾਡਾ ਨੰਬਰ ਹੀ ਹੈ ਨਹੀਂ ਕੋਈ। ਤੇ ਇਹਦੇ ਵਿੱਚ ਮੈਂ 2 ਲਾਈਨਾਂ ਜ਼ਰੂਰ ਕਹਿਣੀਆਂ ਕਿ ਜਿਹੜਾ ਤੁਸੀਂ ਕੰਮ ਸਾਰਿਆਂ ਨੇ ਕੀਤਾ, ਰਲ ਮਿਲ ਕੇ ਕੀਤਾ, ਉੱਠੋ ਕੌਮ ਮੇਰੀ ਦਿਓ ਸ਼ੇਰੋ, ਆਪਣੇ ਹੱਕਾਂ ਲਈ ਜੰਗ ਛੇੜੋ, ਜਿਹੜਾ ਕੌਮ ਦੀ ਅਣਖ ਬੰਗਾਰੂ ਉਹਨੂੰ ਸਿੱਧਿਆ ਕਰਨਾ ਏ, ਗੈਰਾਂ ਲਈ ਲੜੇ ਬਥੇਰਾ ਹੁਣ ਆਪਣੇ ਲਈ ਲੜਨਾ ਏ, ਗੈਰਾਂ ਲਈ ਲੜੇ ਬਥੇਰਾ ਹੁਣ ਆਪਣੇ ਲਈ ਲੜਨਾ ਆ। ਇਹ ਜਿਹੜੀ ਤੁਸੀਂ ਲੜਾਈ ਕੀਤੀ ਆ ਆਪਣੇ ਲਈ ਨਹੀਂ ਕੀਤੀ, ਤੁਸੀਂ ਲੋਕਾਂ ਲਈ ਵੀ ਕੀਤੀ, ਸਾਰਿਆਂ ਲਈ ਕੀਤੀ, ਸਾਰਿਆਂ ਲਈ ਕੀਤੀ। ਇਹ ਸਿਰਫ ਆਪਣੇ ਸਾਡਾ ਫਰਜ਼ ਹੀ ਬਣਦਾ ਇਹ। ਹਾਂਜੀ, ਜਿਹੜੀ ਮੈਂ ਇੱਕ ਐਡ ਕਰ ਦਵਾਂ, ਜਿਹੜੀ ਇਹ ਕਾਸਟ ਹੁਣ ਇਸ ਕਾਮਨਸ ਦੇ ਵਿੱਚ ਹਾਊਸ ਪਾਰਲੀਮੈਂਟ ਦੇ ਵਿੱਚ ਪਾਸ ਹੋਈ ਹੈ ਨਾ, ਇਹ ਜਿਹੜੀ ਕਾਸਟ ਪਹਿਲੀ ਵਾਰੀ ਜੋ ਗੱਲ ਹੋਈ ਆ ਕਾਸਟ ਦੀ 1813 ਦੇ ਵਿੱਚ ਹੋਈ ਸੀਗੀ। ਵਿਲੀਅਮ ਵਿਲਬਰਫੋਰਸ ਨੇ ਕਿਹਾ ਸੀਗਾ ਕਿ ਜਿਹੜੀ ਇੰਡੀਆ ਦੀ ਕਾਸਟ ਸਿਸਟਮ ਆ ਉਹ ਸਲੇਵਰੀ ਨਾਲੋਂ ਬਿਗਰ ਪ੍ਰੋਬਲਮ ਆ, ਰਾਈਟ। ਦੇਖ ਲਓ 200 ਸਾਲ ਪੂਰੇ ਲੱਗੇ ਉੱਥੋਂ ਆਉਣ ਤੱਕ ਇੱਥੇ ਤੱਕ, ਰਾਈਟ। ਇੰਡੀਆ ਨੇ ਵੀ ਕੋਸ਼ਿਸ਼ ਕੀਤੀ ਔਰ ਜਿਹੜੇ ਆਪਾਂ ਕਹਿ ਨਹੀਂ ਸਕਦੇ ਕਿ ਨਹੀਂ ਕੋਸ਼ਿਸ਼ ਕੀਤੀ ਆ, ਰਿਜ਼ਰਵੇਸ਼ਨਸ ਦਿੱਤੀਆਂ, ਫਿਰ ਵੀ ਹੁੰਦੀ ਆ। ਪਰ ਇੰਨਾ ਤੁਸੀਂ ਦੇਖ ਲਓ ਕਿ ਜਦੋਂ ਇੱਥੇ ਜਿਹੜੀ ਸਲੇਵਰੀ ਦੀ ਪ੍ਰੋਬਲਮ ਸੀਗੀ ਉਹ ਅਮਰੀਕਾ 'ਚ ਜ਼ਿਆਦਾ ਸੀ ਇੱਥੇ ਨਾਲੋਂ, ਰਾਈਟ। ਪਰ ਜਿਹੜੀ ਇੱਥੋਂ ਗੱਲ ਸ਼ੁਰੂ ਹੋ ਜਾਂਦੀ ਹੈ ਨਾ ਉਹ ਫਿਰ ਸਾਰੀ ਦੁਨੀਆ 'ਚ ਚੱਲਦੀ ਆ, ਰਾਈਟ। ਇਹ ਵੀ ਹੁਣ ਇੱਥੋਂ ਸ਼ੁਰੂ ਹੋਈ ਆ, ਦੇਖਿਓ ਇਹ ਸਾਰੀ ਦੁਨੀਆ 'ਚ ਚੱਲਣੀ ਆ ਐਂਡ ਬਰਾਬਰਤਾ ਇਹਦਾ ਇਫੈਕਟ ਪੈਣਾ, ਇਹਦਾ ਇਫੈਕਟ ਸਭ ਤੋਂ ਜ਼ਿਆਦਾ ਇੰਡੀਆ 'ਤੇ ਪੈਣਾ ਹੁਣ, ਕਰਕੇ ਇਹ ਇੱਕ ਤਰੀਕੇ ਨਾਲ ਉਹਨਾਂ ਨੂੰ ਕਹਿਣ ਦਾ ਆ ਕਿ ਤੁਸੀਂ ਨਹੀਂ ਸੌਟ ਆਊਟ ਕਰ ਸਕੇ, ਹੱਚੀ ਸੌਟ ਆਊਟ ਕਰਦੇ। ਹੁਣ ਉਹਨਾਂ ਇੰਡੀਆ ਨੂੰ ਵੀ ਗੌਰਮੈਂਟ ਨੂੰ ਵੀ ਸੋਚਣਾ ਪੈਣਾ ਆ ਕਿ ਹੁਣ ਇਹਦੇ ਬਾਰੇ ਹੱਚੀ ਕੁਛ ਕਰਨਾ ਪੈਣਾ ਆ, ਸ਼ਾਇਦ ਸਾਡਾ ਥੋੜ੍ਹਾ ਜਿਹਾ ਇੰਪਰੂਵਮੈਂਟ ਹੋ ਜਾਵੇ ਹੁਣ। ਤੇ ਆਪੇ ਇਹ ਸਨ ਸਾਡੇ ਰਾਜਬੰਗੜ ਜੀ। ਮੈਂ ਅਨਾਉਂਸਮੈਂਟ ਕਰਦਾ ਜਮਾ ਪ੍ਰੋਗਰਾਮ ਦੀ ਕਰੀ ਦੁਆਰਾ, ਉਸ ਤੋਂ ਬਾਅਦ ਤੁਹਾਡੇ ਨਾਲ ਫੇਰ ਗੱਲਬਾਤ ਕਰਦੇ। 26 ਅਪ੍ਰੈਲ ਨੂੰ ਕੱਲ ਨੂੰ ਪਾਰਮਾ ਪਜੰਸਾ ਵਿਖੇ ਡੇਰਾ ਸੱਚਖੰਡ ਬੱਲਾ ਦੇ ਮਹੰਤ ਵਸਵੀ 108 ਸੰਤ ਨੰਜਨ ਦਾਸ ਜੀ ਮਹਾਰਾਜ ਅਤੇ ਉਹਨਾਂ ਦੇ ਵਜ਼ੀਰ 108 ਸਿੰਧ ਦਾ ਬਾਬਾ ਜੀ, ਜਿੰਨੇ ਮੈਂ ਪ੍ਰੋਗਰਾਮ ਇਹ ਅਨਾਉਂਸ ਕਰ ਰਿਹਾ ਆ ਸਾਰਿਆਂ ਉੱਤੇ ਮਹਾਂਪੁਰਸ਼ ਪਹੁੰਚ ਰਹੇ ਹਨ। 26 ਤਰੀਕ ਨੂੰ ਹੀ ਬਰੇਸ਼ੀਆ ਵਿਖੇ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ। 26 ਤਰੀਕ ਨੂੰ ਹੀ ਵਿਚੈਂਸਾ ਵਿਖੇ, ਵਿਚੈਂਸਾ ਤੇ ਵਿਚੈਂਸਾ 2 ਸ਼ਹਿਰ ਹਨ ਵੱਖਰੇ ਵੱਖਰੇ, ਕਈ ਵਾਰੀ ਨਾਂ ਲੈਣ 'ਚ ਮੇਰੇ ਤੋਂ ਅੱਗੇ ਪਿੱਛੇ ਗੱਲ ਹੋ ਸਕਦੀ ਆ। ਪਲੀਜ਼ ਇਟਲੀ ਵਾਲਿਓ ਤੁਸੀਂ ਇਹ ਸੋਚਦੇ ਹੋ, ਤੁਹਾਨੂੰ ਪਤਾ ਹੀ ਆ ਕਿ ਵਿਚੈਂਸਾ ਜਿਹੜਾ ਜਿੱਥੇ ਦੋਨੇ ਸ਼ਹਿਰ ਵੱਖਰੇ ਵੱਖਰੇ ਆ। ਤੇ 27 ਅਪ੍ਰੈਲ ਨੂੰ ਤਰਵੀਜੋ ਵਿਖੇ ਮਹਾਂਪੁਰਸ਼ਾਂ ਦੇ ਪ੍ਰਵਚਨ ਹੋਣਗੇ।
28 ਅਪ੍ਰੈਲ ਨੂੰ ਸ਼੍ਰੀ ਗੁਰਦਾਸ ਧਾਰਮਿਕ ਸਥਾਨ ਰੋਮ, ਜਿੱਥੇ ਗੁਰਨਾਮ ਸੁਮਨ ਜੀ ਸਾਨੂੰ ਈਮੇਲ ਕੀਤਾ, ਉਹਨਾਂ ਨੇ ਦੱਸਿਆ ਵੀ ਉੱਥੇ ਮਹਾਂਪੁਰਸ਼ਾਂ ਦੇ ਪ੍ਰਵਚਨ ਹੋਣਗੇ। 28 ਅਪ੍ਰੈਲ ਨੂੰ ਸਵੋਦੀਆ ਲਤੀਨਾ ਵਿਖੇ ਮਹਾਂਪੁਰਸ਼ਾਂ ਦੇ ਪ੍ਰਵਚਨ ਹੋਣਗੇ। 29 ਤਰੀਕ ਨੂੰ ਨੈਣੀ ਤੈਣੀ ਵਿਖੇ ਮਹਾਂਪੁਰਸ਼ਾਂ ਦੇ ਪ੍ਰਵਚਨ ਹੋਣਗੇ। ਤੇ 4 ਮਈ ਨੂੰ ਜਾਗੋ, ਜੋ ਸ਼੍ਰੀ ਗੁਰਦਾਸ ਦਰਬਾਰ ਕਰੋਪੀ ਹੈ, ਉੱਥੇ ਜਾਗੋ ਕੱਢੀ ਜਾ ਰਹੀ ਹੈ। 5 ਤਰੀਕ ਨੂੰ ਉੱਥੇ ਜੋ ਮਹਾਂਪੁਰਸ਼ਾਂ ਦੇ ਪ੍ਰਵਚਨ ਹਨ, ਉਸ ਦੇ ਵਿੱਚ ਕਾਂਚੀ ਟੀਵੀ ਦੀ ਟੀਮ ਵੱਲੋਂ ਕਈ ਲੋਕ ਪਹੁੰਚ ਰਹੇ ਹਨ ਆਪਣੇ ਕਰੋਪੀ ਵਿਖੇ, ਜਿਸ ਦੇ ਵਿੱਚ ਰਮੇਸ਼ ਕਲੇਰ ਔਰ ਹੰਸਰਾਜ ਬੰਗਾ ਜੀ ਉੱਥੇ ਜਾ ਰਹੇ ਹਨ। ਹੋਰ ਵੀ ਕਈ ਮੇਰੇ ਵੀ ਜਾਣਾ ਚਾਹੁੰਦੇ ਹਨ, ਉਹ ਜਾਣਗੇ। ਤੇ ਇਸ ਦੇ ਨਾਲ ਨਾਲ ਜੋ ਵੀ ਇਹ ਪ੍ਰੋਗਰਾਮ ਹਨ ਮਹਾਂਪੁਰਸ਼ਾਂ ਦੇ, ਜਦੋਂ ਅਸੀਂ ਬਨਾਰਸ ਕਾਂਚੀ ਦੀ ਗੱਲ ਕਰਦੇ ਹਾਂ ਤੇ ਸਾਡਾ ਜਿਹੜਾ ਜਦੋਂ ਵੀ ਸਾਡੇ ਮਾਈਂਡ ਦੇ ਵਿੱਚ ਸਦਾ ਹਰ ਵੇਲੇ ਗੱਲ ਉਹ ਬੱਲਾ ਡੇਰਾ ਸੱਚਖੰਡ ਬੱਲਾ ਦੀ ਆ ਜਾਂਦੀ ਹੈ। ਆਉਣੀ ਵੀ ਚਾਹੀਦੀ ਹੈ, ਕਿਉਂ ਨਹੀਂ ਆਉਣੀ ਚਾਹੀਦੀ? ਜਿਨ੍ਹਾਂ ਮਹਾਂਪੁਰਸ਼ਾਂ ਨੇ, ਡੇਰਾ ਸੱਚਖੰਡ ਬੱਲਾ ਦੇ ਮਹਾਂਪੁਰਸ਼ਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਇੰਨੇ ਸਕੂਲ ਖੋਲ੍ਹੇ, ਇੰਨੇ ਹਸਪੀਟਲ ਖੋਲ੍ਹੇ, ਇੰਨੇ ਜਾਣੀ ਦੁਨੀਆ ਦੇ ਕੋਨੇ-ਕੋਨੇ ਵਿੱਚ ਗੁਰਦੁਆਰਿਆਂ ਨੇ ਨੀਂਹ ਪੱਥਰ ਰੱਖੇ, ਗੁਰਦੁਆਰੇ ਖੋਲ੍ਹੇ, ਲੇਕਿਨ ਉਹਨਾਂ ਨੇ ਸ਼ਹੀਦੀਆਂ ਵੀ ਦਿੱਤੀਆਂ, ਹੋਰ ਕਿਸੇ ਨੇ ਸ਼ਹੀਦੀ ਨਹੀਂ ਦਿੱਤੀ। ਉਹਨਾਂ ਨੇ ਸਾਨੂੰ ਆਪਣਾ ਧਰਮ ਔਰ ਸਾਨੂੰ ਜੀਣ ਦਾ ਅਣਖ ਪੈਦਾ ਕੀਤੀ ਸਾਡੇ ਵਿੱਚ। ਉਹਨਾਂ ਦੇ ਨਾਲ ਸੰਤ 800 ਸੰਤ ਕ੍ਰਿਸ਼ਨਾ ਜੀ ਝੇੜੂ ਵਾਲੇ ਮਹਾਂਪੁਰਸ਼ ਜੋ ਇਕੱਠੇ ਹੋ ਕੇ ਜਿਵੇਂ ਕਾਫਲਾ ਲੈ ਕੇ ਤੁਰੇ ਹੋਏ ਹਨ। ਸਾਡਾ ਸਾਰੇ ਕੌਮ ਦਾ ਫਰਜ਼ ਬਣਦਾ ਹੈ ਕਿ ਉਹਨਾਂ ਮਹਾਂਪੁਰਸ਼ਾਂ ਦੇ ਦੱਸੇ ਹੋਏ ਰਸਤਿਆਂ ਤੇ ਚੱਲੀਏ ਤੇ ਅਸੀਂ ਅੰਮ੍ਰਿਤ ਬਾਣੀ ਨੂੰ ਆਪਣੀ ਨਮਸਕਾਰਾਂ ਕਰੀਏ। ਅੰਮ੍ਰਿਤ ਬਾਣੀ ਦੇ ਮਿਸ਼ਨ ਦੇ ਲਈ ਕਾਂਚੀ ਟੀਵੀ ਦਿਨ ਰਾਤ ਖੁੱਲ੍ਹਾ ਹੈ। ਕਾਂਚੀ ਟੀਵੀ ਉਹਨਾਂ ਮਹਾਂਪੁਰਸ਼ਾਂ ਦਾ, ਉਹਨਾਂ ਸਾਧੂ ਸੰਤਾਂ ਮਹਾਤਮਾ ਦਾ ਸਦਾ ਹੀ ਸਤਿਕਾਰ ਕਰਦਾ ਹੈ, ਜੋ ਮਹਾਂਪੁਰਸ਼ਾਂ ਦੀ ਜੋ ਬਾਣੀ ਹੈ, ਅੰਮ੍ਰਿਤ ਬਾਣੀ ਹੈ, ਜੋ ਉਸ ਦਾ ਸਤਿਕਾਰ ਕਰਦੇ ਹਨ। ਅਸੀਂ ਉਹਨਾਂ ਨੂੰ ਇਸ ਟੈਲੀ ਦੇ ਉੱਤੇ ਬੁਲਾਉਂਦੇ ਹਾਂ। ਸਾਡਾ ਫਰਜ਼ ਵੀ ਬਣਦਾ ਹੈ। ਕਾਂਚੀ ਟੀਵੀ ਰਵਿਦਾਸੀਆ ਕੌਮ ਦਾ ਟੀਵੀ ਹੈ। ਰਵਿਦਾਸੀਆ ਕੌਮ ਦੇ ਪੈਸੇ ਨਾਲ ਚੱਲਣਾ ਹੈ ਔਰ ਰਵਿਦਾਸੀਆ ਕੌਮ ਦੇ ਲਈ ਚੱਲਣਾ ਹੈ। ਇਹ ਸਾਡਾ ਤੁਹਾਡੇ ਨਾਲ ਵਾਅਦਾ ਹੈ। ਮੈਂ ਹਰੇਕ ਵਾਰੀ ਗੱਲ ਕਹਿਣਾ, ਇਸ ਚੈਨਲ ਤੋਂ ਕਦੀ ਵੀ ਦੂਸਰੀ ਗੱਲ ਨਹੀਂ ਹੋਊਗੀ ਰਵਿਦਾਸੀਆ ਕੌਮ ਤੋਂ ਬਗੈਰ। ਤੇ ਤੁਸੀਂ ਰਾਜਬੰਗਤ ਜੀ ਕੁਝ ਕਹਿਣਾ ਚਾਹੁੰਦੇ ਸੀ? ਹੁਣ ਮੈਂ ਇੱਕ ਗੱਲ ਕਰਨ ਵਾਲੀ ਆ। ਮਿਸ ਪੂਜਨ ਗਾਣੇ 'ਚ ਕਿਹਾ ਸੀਗਾ, ਸਾਨੂੰ ਹੁਣ ਕੰਡਿਆਂ ਤੋਂ ਨਹੀਂ ਖਤਰਾ, ਡਰ ਫੁੱਲਾਂ ਤੋਂ ਲੱਗਦਾ। ਡਰ ਫੁੱਲਾਂ ਤੋਂ ਲੱਗਦਾ। ਹੁਣ ਇੱਕ ਇੱਥੇ ਆਪਣੀ ਸਭਾ ਆ, ਰਾਈਟ, ਜੋ ਕਰਕੇ ਉਹਨਾਂ ਨੂੰ ਵਿੱਚ ਨਹੀਂ ਲਿਆ ਗਿਆ ਇੱਕ ਪੋਜੀਸ਼ਨ ਤੇ ਨਹੀਂ ਲਿਆ ਗਿਆ, ਰਾਈਟ, ਕਰਕੇ ਜੋ ਉਹਨਾਂ ਨੇ ਪਿਛਲੇ 16 ਤਰੀਕ ਨੂੰ ਕੀਤਾ ਸੀਗਾ ਪਾਰਲੀਮੈਂਟ ਹਾਊਸ ਦੇ ਬਾਹਰ, ਉਹਨਾਂ ਨੇ ਇੱਥੇ ਆ ਕੇ ਕਿਹਾ ਸੀਗਾ ਕਿ ਹਚੀ ਸਾਰਾ ਕੁਛ ਕੀਤਾ ਆ। ਉਹਨਾਂ ਨੇ ਸਾਰਾ ਕੁਛ ਕੀਤਾ ਆ, ਹੋਰ ਕਿਸੇ ਨੇ ਕੁਛ ਨਹੀਂ ਕੀਤਾ। ਜਿਹੜਾ ਬਾਕੀਆਂ ਨੇ ਕੰਮ ਕੀਤਾ ਸੀਗਾ, ਉਹਨਾਂ ਨੂੰ ਸਾਰਾ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਕੇ ਫਿਰ ਉਹ ਬਾਕੀ ਗਰੁੱਪਸ ਨੇ ਡਿਸਾਈਡ ਕੀਤਾ ਜੇ ਇੱਦਾਂ ਹੀ ਕਰਨੀ ਆ, ਇਹਨਾਂ ਨੂੰ ਨੈਕਸਟ ਟਾਈਮ ਪੁੱਛਣਾ ਹੀ ਨਹੀਂਗਾ, ਰਾਈਟ। ਨਹੀਂ ਇਹ ਮੈਂ ਗੱਲ ਕਰ ਨਹੀਂ, ਇਹ ਗੱਲ ਕਰਨ ਵਾਲੀ ਆ, ਰਾਈਟ। ਉਹਨਾਂ ਨੇ ਜਦੋਂ ਉਹਨਾਂ ਇਸ ਬਿੱਲ ਦੀ ਸਪੋਰਟ ਵਿਦਡਰੋ ਕੀਤੀ ਆ ਉਸ ਗਰੁੱਪ ਨੇ, ਰਾਈਟ, ਉਹਨਾਂ ਨੇ ਜਿਹੜੀਆਂ ਕੋਚਿਸ ਸੀਗੀਆਂ ਉਹ ਬੰਦ ਕੀਤੀਆਂ, ਕੈਂਸਲ ਕੀਤੀਆਂ। ਐਂਡ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਵੁਲਵਰਹੈਂਪਟਨ ਸਭਾ ਦੀ ਥੈਂਕ ਯੂ ਆ ਕਿ ਉਹਨਾਂ ਨੇ ਰਿਪਲੇਸ ਕੀਤੀਆਂ ਉਹ ਕੋਚਿਸ। ਉਹਨਾਂ ਦਾ ਬਹੁਤ ਥੈਂਕ ਯੂ ਆ ਕਿ ਉਹ ਸਾਡੇ ਭਰਾ ਸਾਡੇ ਨਾਲ ਖੜੇ ਹੋਏ ਆ। ਜਿਹੜੇ ਕਹਿੰਦੇ ਆ ਕਿ ਅਸੀਂ ਮੋਰੀ ਆ, ਉਹ ਪਿੱਛੇ ਹਟ ਗਏ, ਰਾਈਟ। ਕਿਉਂ ਹਟੇ, ਰਾਈਟ? ਉਹਨਾਂ ਨੂੰ ਬਿੱਲ ਦੇ ਨਾਲ ਨਹੀਂ ਸੀ ਕੋਈ ਵੀ ਗੱਲ, ਉਹਨਾਂ ਨੂੰ ਸੀ ਆਪਣੀਆਂ ਚੌਧਰਾਂ ਨਾਲ। ਬਸ ਚਲੋ ਆਪਾਂ ਇਸ ਗੱਲ ਨੂੰ ਆਪਾਂ ਨਾ ਲੈਂਦੇ ਹੋਏ ਆਪਾਂ ਤੁਸੀਂ ਜਿਹੜੀ ਗੱਲ ਕਹਿਣੀ ਸੀ ਤੁਸੀਂ ਕਹਿ ਦਿੱਤੀ ਆ। ਸਾਰੀ ਸੰਗਤ ਵੀ ਜਾਣਦੀ ਹੈ, ਸੁਣ ਵੀ ਲਈ ਆ। ਸੰਗਤ ਨੂੰ ਪਤਾ ਲੱਗਣਾ ਚਾਹੀਦਾ ਹੈ, ਪਤਾ ਵੀ ਆ ਕਿਉਂ ਨਹੀਂ ਲੋਕ ਗਏ, ਕਿੱਥੇ ਕਿਹੜੇ ਲੋਕ ਗਏ ਜਾਂ ਨਹੀਂ ਗਏ। ਕਾਂਚੀ ਟੀਵੀ ਇਸ ਪ੍ਰੋਗਰਾਮ ਦੇ ਵਿੱਚ ਜੋ ਮੈਨੂੰ ਪਤਾ ਜਿੱਥੇ ਤੱਕ 2 ਮਹੀਨੇ ਤੋਂ ਜਦੋਂ ਦੀ ਗੱਲ ਇਹ ਚੱਲ ਰਹੀ ਆ, ਚੱਲਦੀ ਤਾਂ ਬਹੁਤ ਚਿਰ ਤੋਂ ਆ, ਲੇਕਿਨ ਜਦੋਂ ਵੀ ਡਿਸਕ੍ਰਿਮੀਨੇਸ਼ਨ ਬਿੱਲ ਦੀ ਗੱਲ ਕਰਨ ਲਈ ਕਿਸੇ ਨੇ ਵੀ ਸਾਨੂੰ ਫੋਨ ਕੀਤਾ, ਅਸੀਂ ਉਹਨਾਂ ਨੂੰ ਕਿਹਾ ਸ਼ਾਮ ਦਾ ਪ੍ਰੋਗਰਾਮ ਤੁਹਾਡਾ ਹੋਵੇਗਾ ਔਰ ਦਿੰਦੇ ਰਹੇ ਪ੍ਰੋਗਰਾਮ। ਤੇ ਚੌਹਾਨ ਸਾਹਿਬ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ? ਕਾਂਚੀ ਟੀਵੀ ਦਾ ਕਿੰਨਾ ਇਹਦੇ ਵਿੱਚ ਰੋਲ ਸੀ? ਦੇਖੋ ਜੀ, ਕਾਂਚੀ ਟੀਵੀ ਜਦੋਂ ਦਾ ਹੀ ਸ਼ੁਰੂ ਹੋਇਆ, ਜੋ ਵੀ ਕਮਿਊਨਿਟੀ ਦੇ ਮੁੱਦੇ ਸਨ, ਜੋ ਵੀ ਸਾਡੇ ਭਾਈਚਾਰੇ ਨੂੰ ਇਕੱਠੇ ਕਰਨ ਲਈ ਕੋਈ ਵੀ ਗੱਲ ਹੋਈ, ਇਹਨਾਂ ਨੇ ਵੱਧ ਚੜ ਕੇ ਹਿੱਸਾ ਪਾਇਆ। ਇਹਦੇ ਵਿੱਚ ਜਿੰਨੀਆਂ ਵੀ ਸਾਡੀਆਂ ਸਭਾਵਾਂ ਹਨ, ਉਹ ਮੈਂ ਤਾਂ ਇਹ ਵੀ ਕਹਾਂਗੇ ਚਾਹੇ ਹਾਊਸ ਆਫ ਲੋਰਡ ਦੇ ਜਿੰਨੇ ਵੀ ਇਹ ਸਾਡੇ ਪੀਅਰ ਸਨ, ਜਿੰਨੇ ਵੀ ਸਾਡੀ MP ਸਾਹਿਬਾਨ ਹਨ, ਜਿਨ੍ਹਾਂ ਨੇ ਵੀ ਇਹ ਵਧੀਆ ਸਟੈਪ ਲਿਆ, ਉਹਨਾਂ ਦਾ ਸਾਨੂੰ ਥੈਂਕ ਯੂ ਆ। ਔਰ ਉਸ ਦੇ ਨਾਲ ਮੈਂ ਇੱਕ ਗੁਰਵੇਜ ਜੀ ਇਹ ਕਹਿਣਾ ਚਾਹੁੰਦਾ, ਕਿਉਂਕਿ ਹਾਲੇ ਵੀ ਕੋਈ ਵਿਗੜਿਆ ਨਹੀਂ। ਜਿੱਦਾਂ ਰਾਜ ਜੀ ਨੇ ਕਿਹਾ ਵੀ ਸਾਡੀਆਂ ਬਹੁਤ ਸਾਰੀਆਂ ਸਭਾਵਾਂ ਉਹਨਾਂ ਨੇ ਕੋਚਿਸ ਕੈਂਸਲ ਕੀਤੀਆਂ, ਨਹੀਂ ਕੀਤੀਆਂ, ਚਲੋ ਉਹਨਾਂ ਦੀ ਆਪਣੀ ਇੱਕ ਮਰਜ਼ੀ ਸੀ। ਪਰ ਜੇ ਉਹਨਾਂ ਦੇ ਦਿਲ ਦੇ ਵਿੱਚ ਕੋਈ ਗੱਲ ਹੈਗੀ ਆ ਵੀ ਜੇ ਇੱਕ ਬਿੱਲ ਜਿਹੜਾ ਬਣ ਰਿਹਾ ਵੀ ਸਿਰਫ ਇੱਕ ਇਹ ਕਮਿਊਨਿਟੀ ਲਈ ਜਾਂ ਇਹ ਕਾਂਚੀ ਟੀਵੀ ਵਾਲਿਆਂ ਲਈ ਜਾਂ ਵੀਨਸ ਟੀਵੀ ਵਾਲਿਆਂ ਲਈ ਹੀ ਹੈ, ਕਿਉਂਕਿ ਵੀਨਸ ਟੀਵੀ ਜਾਂ ਕਾਂਚੀ ਟੀਵੀ ਇਹ ਐਕਟਿਵ ਮੈਂਬਰ ਹਨ, ਜਾਂ ਜਿਹੜੀਆਂ ਵੀ ਸਭਾਵਾਂ ਹਨ ਐਕਟਿਵ ਹਨ। ਉਹ ਇਹ ਨਹੀਂ ਕਹਿ ਸਕਦੇ ਵੀ ਇਹ ਸਪੈਸ਼ਲੀ ਬਿੱਲ ਉਹਨਾਂ ਲਈ, ਇਹ ਵੁਲਵਰਹੈਂਪਟਨ ਵਾਲਿਆਂ ਲਈ ਹੈ, ਜੇ ਕਾਂਚੀ ਟੀਵੀ ਵਾਲਿਆਂ ਲਈ ਹੈ। ਇਹ ਇੱਕ ਸਰਵ ਸਾਂਝਾ ਬਿੱਲ ਹੈ। ਹਾਲੇ ਵੀ ਜਾਗ ਪੋ, ਫਾਇਦਾ ਤੁਹਾਨੂੰ ਸਾਰਿਆਂ ਦਾ। ਜੇ ਤੁਹਾਡੇ ਦਿਲ ਦੇ ਵਿੱਚ ਗੱਲ ਹੈਗੀ ਆ, ਕਮ ਟੂ ਦੀ ਓਪਨ, ਕਿਉਂਕਿ ਕਾਂਚੀ ਟੀਵੀ ਇੱਕ ਸਾਂਝਾ ਪਲੇਟਫਾਰਮ ਹੈ, ਲੋਕਾਂ ਬਾਕੀ ਨੂੰ ਦੇਖਣ ਦਿਓ।
ਕਿਉਂਕਿ ਪਤਾ ਲੱਗੇ ਵੀ ਡਿਬੇਟ ਚੋਂ ਕੀ ਨਿਕਲਦਾ, ਵੀ ਕੀ ਅਸੀਂ ਲੋਕ ਕਰ ਰਹੇ ਹਾਂ, ਕੀ ਲੋਕ ਕਰ ਰਹੇ ਹਨ, ਕਿਹਨੂੰ ਬੈਨੀਫਿਟ ਹੋ ਰਿਹਾ, ਕਿਹਨੂੰ ਨਹੀਂ ਹੋ ਰਿਹਾ। ਆਪਣੀ ਆਪਸੀ ਰੰਜਿਸ਼ਾਂ ਕੱਢਣ ਲਈ ਮੈਂ ਪ੍ਰਧਾਨ ਬਣਨਾ, ਮੈਂ ਸੈਕਟਰੀ ਬਣਨਾ, ਉਹਦੇ ਕਰਕੇ ਤੁਸੀਂ ਕਮੇਟੀ ਦਾ ਘਾਣ ਬੱਚਾ ਕਮਿਊਨਿਟੀ ਨੂੰ ਡਿਵਾਈਡ ਕਰ ਰਿਹਾ, ਨੁਕਸਾਨ ਕਮਿਊਨਿਟੀ ਦਾ ਹੋ ਰਿਹਾ। ਮੈਂ ਅੱਜ ਰਹਿਣਾ ਨਹੀਂ, ਮੈਂ ਪ੍ਰਧਾਨ ਪਤਾ ਨਹੀਂ 5 ਸਾਲ ਆ 10 ਸਾਲ ਆ, ਮੈਂ ਅਸੀਂ ਆਪਣੀਆਂ ਸਵਾਰਥਾਂ ਕਰਕੇ, ਆਪਣੀਆਂ ਲਾਲਚਾਂ ਕਰਕੇ, ਆਪਣੀ ਕੀ ਕਹਿੰਦੇ ਹੁੰਦੇ ਖਾਨਦਾਨ ਨੂੰ ਅੱਗੇ ਲਿਆਉਣ ਕਰਕੇ ਮੇਰਾ ਪੁੱਤ ਪ੍ਰਧਾਨ ਨਹੀਂ ਬਣਿਆ, ਮੇਰੀ ਧੀ ਸੈਕਟਰੀ ਨਹੀਂ ਬਣੀ, ਇਸ ਕਰਕੇ ਅਸੀਂ ਸਾਰੇ ਗੁਰੂ ਘਰਿਆਂ ਦਾ ਘਾਣ ਬੱਚਾ ਕਰ ਰਹੇ ਹਾਂ। ਆਓ ਇੱਕ ਪਲੇਟਫਾਰਮ ਤੇ ਆਈਏ, ਜੋ ਗੁਰੂ ਪੀਰਾਂ ਨੇ ਇੱਕ ਸਰਬ ਸਾਂਝਾ ਮਿਸ਼ਨ ਦਿੱਤਾ, ਇੱਕ ਰਵਿਦਾਸ ਮਹਾਰਾਜ ਜੀ ਦਾ ਇੱਕ ਆਪਣੀ ਫੈਮਿਲੀਜ਼ ਨੂੰ ਜਾਂ ਆਪਣੇ ਪੋਜੀਸ਼ਨਸ ਨੂੰ ਅੱਗੇ ਕਰਨ ਲਈ ਸਾਰੀ ਕਮਿਊਨਿਟੀ ਨੂੰ ਹਰਟ ਕਰ ਰਿਹਾ, ਸਾਰੀ ਨੁਕਸਾਨ ਕਮਿਊਨਿਟੀ ਦਾ ਹੋ ਰਿਹਾ, ਸਾਡੇ ਫਿਊਚਰ ਨਾਲ ਹੋ ਰਿਹਾ। 63 ਇਅਰਸ ਹੋ ਗਏ ਆਪਾਂ ਨੂੰ ਲੱਗਿਆ ਨੂੰ ਕਿ ਸਿੰਸ ਇੰਡੀਪੈਂਡੈਂਸ ਰਿਪਬਲਿਕ ਬਣਿਆ, ਉੱਥੋਂ 63 ਇਅਰਸ ਲੱਗੇ, ਹਾਲੇ ਤੱਕ ਨਹੀਂ ਉਹਨਾਂ ਕੋਲ ਹੋਇਆ। ਇਦਾਂ ਦਿਆਂ ਕਰਕੇ ਨਹੀਂ ਹੋਇਆ। ਰਾਜ ਜੀ ਇੱਕ ਮੈਂ ਤੁਹਾਡੀ ਗੱਲ ਦੀ ਗੱਲ ਕਰ ਰਿਹਾ, ਮੈਂ ਦੇਖੋ ਜੀ ਇੱਕ ਯੰਗਸਟਰ ਮੁੰਡਾ, ਮੈਂ ਕਿਸੇ ਦੇ ਘਰ ਗਿਆ, ਮੈਂ ਇੱਕ ਬ੍ਰੇਕ ਤੇ ਜਾ ਰਹੇ ਹੁਣ। ਹੈਲੋ, ਹਾਂਜੀ, ਆਪਾਂ ਬ੍ਰੇਕ ਤੋਂ ਬਾਅਦ ਤੁਹਾਡੇ ਮਿਲਦੇ ਰੂਬਰੂ ਹੁੰਦੇ ਆ ਤੇ ਨਾਲ ਕਾਲਾਂ ਲਈਆਂ ਜਾਣਗੀਆਂ, ਲਾਈਵ ਕਾਲਾਂ, ਤੇ ਅੱਜ ਦੀਆਂ ਵਧਾਈਆਂ ਹੀ ਦੇਣੀਆਂ ਆ, ਜੋ ਵੀ ਵਧਾਈਆਂ ਦਿੱਤੀਆਂ ਜਾਣਗੀਆਂ ਉਹਨਾਂ ਦੀਆਂ ਕਾਲਾਂ ਲਈਆਂ ਜਾਣਗੀਆਂ, ਜਾਂ ਜੋ ਮਹਾਂਪੁਰਸ਼ ਸਾਡੇ ਇੰਡੀਆ ਤੋਂ ਆਏ ਹੋਏ ਹਨ ਉਹਨਾਂ ਨੂੰ ਨਮਸਕਾਰਾਂ ਕਰਨੀਆਂ ਹਨ, ਵੈਲਕਮ ਕਰਨਾ ਹੈ, ਤੇ ਅਸੀਂ ਉਹ ਵਧਾਈਆਂ ਲਈਆਂ ਜਾਣਗੀਆਂ। ਜੈ ਗੁਰਦੇਵ, ਧੰਨਵਾਦ। ਬਿਲਡਰਸ ਜੋ ਘਰਾਂ, ਦੁਕਾਨਾਂ, ਫੈਕਟਰੀਜ਼ ਅਤੇ ਆਫਿਸ ਦੀ ਐਕਸਟੈਂਸ਼ਨ ਅਤੇ ਅਲਟਰੇਸ਼ਨ ਕਰਨ ਵਿੱਚ ਮਾਹਰ ਹਨ। ਆਪਣੇ ਘਰਾਂ ਦੀ ਟਾਈਲਿੰਗ, ਸਲੈਬਿੰਗ, ਇਲੈਕਟ੍ਰਿਕ ਅਤੇ ਹਰ ਤਰ੍ਹਾਂ ਦੇ ਪਲੰਬਿੰਗ ਦੇ ਕੰਮ ਵਾਸਤੇ ਅੱਜ ਹੀ ਇਹਨਾਂ ਨੂੰ ਨੰਬਰ ਕਮਾਓ ਅਤੇ ਇਹਨਾਂ ਦੇ 21 ਸਾਲ ਦੇ ਤਜਰਬੇ ਦਾ ਲਾਭ ਉਠਾਓ। ਇਹ ਸਾਰਾ ਕੰਮ ਪੂਰੀ ਗਰੰਟੀ ਅਤੇ ਦੱਸੇ ਹੋਏ ਸਮੇਂ ਮੁਤਾਬਕ ਕਰਦੇ ਹਨ। ਫॉर फ्री कोटेशन कॉन्टैक्ट क्लेयर बिल्डर्स। New Model UK Limited, manufacturing and wholesale ਦੇ ਇੰਪੋਰਟਰ ਤੇ ਐਕਸਪੋਰਟਰ, ਕੈਜੂਅਲ ਵੇਅਰ ਫॉर men, women and children, ਖਾਸ ਤੌਰ ਤੇ ਵਰਕ ਵੇਅਰ ਤੇ ਸੇਫਟੀ ਕੱਪੜੇ, ਸਪੋਰਟਸ ਵੇਅਰ ਫॉर men, women and children। New Model UK Limited, Clare Court, Meston Road, Blackhill, Wolverhampton, WV2 4NJ। ਇੰਡੀਆ ਵਿੱਚ ਵੀ ਸਾਨੂੰ ਮਿਲ ਸਕਦੇ ਹੋ। 76 ਉੱਤਮ ਕਲੋਨੀ, ਸਟਰੀਟ ਨੰਬਰ 1, ਵਿਲੇਜ ਬਾਜ਼ਾਰ, ਰਾਹੋਂ ਰੋਡ, ਲੁਧਿਆਣਾ, ਪੰਜਾਬ। ਹੁਣੇ ਕੰਟੈਕਟ ਕਰੋ ਬਲਬੀਰ ਕਲੇਰ ਨੂੰ 079 040 37462 ਜਾਂ ਈਮੇਲ ਵੀ ਕਰ ਸਕਦੇ ਹੋ b.clare@newmodeluk.com। Communication 2000. No hidden charges, no monthly fee, no contract. Dial Saudi Arabia, Iran, Jordan and Kuwait from 5p per minute. Call 0844 385 0500. Communication 2000. तिब्बर सेहत एक ऐसा प्रोग्राम है जिसमें हम तिब्बी तरीका इलाज और ग़िज़ाई तरीका इलाज के बारे में मुकम्मल मशवरे देते हैं। ਮਲਿਕ ਲਾਅ ਚੈਂਬਰਸ ਵਾਲਿਆਂ ਨੇ ਹਜ਼ਾਰਾਂ ਲੋਕਾਂ ਦੇ ਇਮੀਗ੍ਰੇਸ਼ਨ ਦੇ ਮਸਲੇ ਹੱਲ ਕਰ ਦਿੱਤੇ। ਇੱਕ ਤੁਸੀਂ ਹੋ ਮੇਰੇ ਬਾਪੂ ਨੂੰ ਪੱਕਿਆ ਨਹੀਂ ਕਰਵਾ ਸਕੇ। ਭਲੀਏ ਲੋਕੇ, ਬਾਪੂ ਵੀ ਪੱਕਾ ਹੋ ਜਾਵੇਗਾ, ਇਹ ਕਿਹੜੀ ਵੱਡੀ ਗੱਲ ਹੈ। ਮਲਿਕ ਲਾਅ ਚੈਂਬਰਸ ਤਾਂ ਇਮੀਗ੍ਰੇਸ਼ਨ ਦੀ ਹਰ ਤਰ੍ਹਾਂ ਦੀ ਪ੍ਰੋਬਲਮ ਹੱਲ ਕਰ ਦਿੰਦੇ ਨੇ, ਇਮੀਗ੍ਰੇਸ਼ਨ ਦੇ ਸਾਰੇ ਦਾਅ ਪੇਚ ਡਾਲਦੇ ਨੇ। ਫਿਰ ਸੋਚਦੇ ਕੀ ਹੋ, ਜਾ ਕੇ ਮਿਲੋ ਨਾ ਉਹਨਾਂ ਨੂੰ। किसी भी किस्म के इमिग्रेशन मसले के लिए यूके की सबसे मशहूर और मारूफ इमिग्रेशन लॉ फर्म मलिक लॉ चैम्बर्स सॉलिसिटर्स के साथ फौरन रब्ता करें। इलेक्शन पाकिस्तान 2013, एक बार फिर वीनस टीवी और आप साथ साथ लाइव ट्रांसमिशन। कौन बनेगा पाकिस्तान का नया हुक्मरान? कौन सी सियासी जमात सबसे ज्यादा वोट लेगी और कौन सी सियासी जमात सबसे ज्यादा सीटें लेगी? कौन बैठेगा अपोजिशन में? फैसला करेंगे अवाम। हमारे 2 दिन के लाइव प्रोग्राम में आप भी शिरकत कर सकते हैं। Communication 2000. No hidden charges, no contract, no monthly fee. Dial Pakistan from 8p per minute. Call 0872 165 0200 or 0871 887 0021. Communications 2000.
मेरी मम्मी लैपटॉप में कुछ ऐसे करती है और गुलाब जामुन तैयार। पूजा स्वीट्स एंड सेवरीज, जन्नती जायके की खालिस लज्जत। ऑर्डर ऑनलाइन at pujasweets.com। किसी को सीक्रेट मत बताना। कुदरत, किस्मत और कर्म, ग्रहों की चाल हो, नक्षत्रों का कमाल, जन्म कुंडली का हाल हो या राशियों के भेद, महर्षि भृगु की भविष्यवाणी हो या ब्रह्म ऋषि पराशर का हो ब्रह्मनाथ, लाल किताब के उपाय हो या वास्तु के पंचतत्वों की पहचान, यही है ज्योतिष शास्त्र। अगर आप भी अपना नाम, डेट ऑफ बर्थ, प्लेस ऑफ बर्थ, टाइम ऑफ बर्थ बता कर अपनी जन्म कुंडली का हाल जानना चाहते हो तो भाग लीजिए ज्योतिष शास्त्र में। ਜੈ ਗੁਰਦੇਵ, ਧੰਨ ਗੁਰਦੇਵ। ਅਸੀਂ ਬ੍ਰੇਕ ਤੋਂ ਬਾਅਦ ਤੁਹਾਡੇ ਰੂਬਰੂ ਹੋ ਰਹੇ ਹਾਂ ਤੇ ਅਸੀਂ ਹੁਣ ਕੋਲਾ ਲਾਵਾਂਗੇ। ਕੋਲਾ ਦੇ ਨਾਲ ਨਾਲ ਵਿਚਾਰ ਵੀ ਕਰਦੇ ਜਾਵਾਂਗੇ। ਜੋ ਸਾਡੇ ਮਹਿਮਾਨ ਆਏ ਹਨ ਉਹਨਾਂ ਦੇ ਤੁਹਾਨੂੰ ਬਹੁਤ ਸੋਹਣੇ ਅੱਜ ਵਿਚਾਰ ਦਿੱਤੇ ਹਨ। ਮੇਰੇ ਵੀਰ ਜਿੰਨੇ ਵੀ ਆਏ ਹਨ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਤੇ ਤੇਰੇ ਹਿੱਸੇ ਦੀਆਂ ਜ਼ਮੀਨਾਂ ਕਰ ਗਲਤ ਮਲਤ ਤਕਸੀਮਾਂ, ਤੇਰਾ ਹਿੱਸਾ ਹਜਮ ਕਰਕੇ ਤੈਨੂੰ ਦੇਣ ਭਲਾ ਹੀ ਸਕੀਮਾਂ। ਤੂੰ ਆਪਣੇ ਬਣਦੇ ਹੱਕਾਂ ਤੇ ਕਦ ਕਬਜ਼ਾ ਕਰਨਾ ਏ, ਤੂੰ ਆਪਣੇ ਬਣਦੇ ਹੱਕਾਂ ਤੇ ਕਦ ਕਬਜ਼ਾ ਕਰਨਾ ਏ। ਗੈਰਾਂ ਲਈ ਲੜੇ ਬਥੇਰਾ ਹੁਣ ਆਪਣੇ ਲਈ ਲੜਨਾ ਏ, ਗੈਰਾਂ ਲਈ ਲੜੇ ਬਥੇਰਾ ਹੁਣ ਆਪਣੇ ਲਈ ਲੜਨਾ ਏ। ਜਿੰਨਾ ਚਿਰ ਆਪਣੇ ਰਾਜੀ ਕਾਲ ਆਉਂਦੀ ਹੈ ਤੁਸੀਂ ਹਾਂਜੀ। ਮੈਂ ਇੱਕ ਈਮੇਲ ਪੜ੍ਹਨੀ ਚਾਹੁੰਦਾ ਜੋ ਮੈਨੂੰ ਕਿਸੇ ਨੇ ਭੇਜੀ ਆ, ਰਾਈਟ। ਜੇ ਕੋਲ ਆਈ ਤੇ ਲੈ ਲਿਓ ਵਿੱਚ, ਹੈ ਨਾ, ਰਾਈਟ। ਹੈਗੀ ਇਹ ਸਲੀਨਾ ਮੈਮੀ ਮੈਨੂੰ ਭੇਜੀ ਆ, ਰਾਈਟ, ਜੋ ਭੋਲੀ ਰੰਧਾਵਾ ਦੀ ਕੁੜੀ, ਦੇਸ਼ਰਾਜ ਮੈਮੀ ਦੀ ਨਾਮ, right? ਉਹਨੇ ਲਿਖਿਆ ਔਰ ਉਹਨੇ ਲਿਖਿਆ, I wish to congratulate all the Ravidasi community on the passing of the anti-caste discrimination bill. It has been wonderful to see so many communities and organisations come together to help and support the bill. Kanchi TV, Kanchi Radio provided brilliant media coverage to keep us all informed and proved that they are truly the voice of our community. However, I was saddened to see that various organisations did not support the bill and even caused disruption to the transport arrangements of the Birmingham Sangat, ultimately withdrawing their support. It is also upsetting to see that organisation feel that they should invite another TV channel, non-Ravidasiya TV channel, instead of liaising with Kanchi TV or Kanchi Radio to provide the coverage of this historical event of our community. We need to work together to enable progression for our community, yet there is a small few who feel they need to keep holding us back. I request that the select few to learn to walk... Hello, Raji call aa gayi. ठीक है, लो लो। Hello, Jagadev ji. Hello. Hello. Jagadev ji, ਸਾਹਿਬ ਜੀ ਕੌਣ ਤੇ ਕਿੱਥੋਂ ਬੋਲ ਰਹੇ ਜੀ? ਇਹ ਤਨਗੁਰਦੇਵ ਜੀ, ਅਸੀਂ ਇੱਥੇ ਸਪੇਨ ਤੋਂ ਬੋਲ ਰਹੇ ਹਾਂ ਜੀ। ਹਾਂਜੀ ਭਾਜੀ, ਕੀ ਕਹਿਣਾ ਚਾਹੁੰਦੇ ਹੋ? ਭਾਜੀ ਪ੍ਰੋਗਰਾਮ ਦੀ ਆਵਾਜ਼ ਨਹੀਂ ਆ ਰਹੀ। ਅਸੀਂ ਦੇਖ ਰਹੇ ਸੀ ਲਾਈਵ ਸਟ੍ਰੀਮ ਟੀਵੀ ਨਾ। ਹਾਂਜੀ, ਪਰ ਕੋਈ ਸਾਊਂਡ ਪ੍ਰੋਬਲਮ ਚੱਲ ਰਹੀ ਹੈ ਨਾ, ਕੋਈ ਆਵਾਜ਼ ਹੀ ਨਹੀਂ ਆ ਰਹੀ ਹੈ। ਚਲੋ ਅਸੀਂ ਪਤਾ ਕਰਦੇ ਹਾਂ। ਹਾਂਜੀ, ਅੰਦਰ ਸੁਣ ਰਹੇ ਆ ਉਹ ਸਟੂਡੀਓ ਦੇ ਵਿੱਚ। ਹੈਲੋ ਜੈਗਦੇਵ ਜੀ। ਜੈ ਤਨਗੁਰਦੇਵ ਜੀ, ਸੁਣਾਓ ਮਹਾਰਾਜ ਜੀ। ਹਾਂਜੀ ਸਾਹਿਬ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਸਰ ਜੀ ਮੈਂ ਬਿਸ਼ੰਬਰ ਬੋਲ ਰਿਹਾ, ਅਲੋਤ ਸਪੇਨ ਤੋਂ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਸਾਹਿਬ? ਸਰ ਜੀ ਮੈਂ ਸਾਰੀ ਕੌਮ ਨੂੰ ਆਪਣੇ ਜਿਹੜਾ ਡਿਸਕ੍ਰਿਮੀਨੇਸ਼ਨ ਬਿੱਲ ਆਪਣੇ ਲੋ ਪਾਸ ਹੋਇਆ, ਉਹ ਸਾਰੀ ਕੌਮ ਨੂੰ ਆਪਣੀ ਨੂੰ ਵਧਾਈਆਂ ਦੇਣਾ ਚਾਹੁੰਦਾ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣੇ ਜਿਹੜੇ ਆਪਣੇ ਕੌਮ ਨੂੰ ਜਿਸ ਚੀਜ਼ ਦੀ ਵੀ, ਜਿਸ ਮੂਵਮੈਂਟ ਦੀ ਜਿੱਥੇ ਵੀ ਆਪਾਂ ਨੂੰ ਲੋੜ ਆ ਉੱਥੇ ਆਪਣਾ ਇਸ ਤਰ੍ਹਾਂ ਦੇ ਜਿਹੜੇ ਵੀ ਉਪਰਾਲੇ ਉਹ ਅੱਗੇ ਤੋਂ ਵੀ ਜਾਰੀ ਰੱਖਣੇ। ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਕੌਮ ਨੂੰ। ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ। ਤੇ ਹੁਣ ਹੈਲੋ 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 ਜੈਗਦੇਵ ਜੀ। ਗੁਰਦੇਵ ਅੰਕਲ ਜੀ। ਸਾਹਿਬ ਜੀ ਕੌਣ ਤੇ ਕਿੱਥੋਂ ਬੋਲ ਰਹੇ ਜੀ? ਅੰਕਲ ਜੀ ਮੈਂ ਗ੍ਰੀਸ ਤੋਂ ਲੱਕੀ ਸੋਤਾ ਬੋਲਦਾ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਗ੍ਰੀਸ ਵਾਲਿਓ? ਜਿਹੜਾ ਪਾਰਲੀਮੈਂਟ ਬਿੱਲ ਪਾਸ ਹੋਇਆ ਸਾਰੇ ਜਗਤ ਨੂੰ ਵਧਾਈਆਂ ਜੀ। ਤੁਹਾਨੂੰ ਵੀ ਬਹੁਤ ਬਹੁਤ ਵਧਾਈ। ਪਹੁੰਚ ਰਿਹਾ ਜੀ ਇੱਥੇ ਰੂਪੀ 5 ਤਰੀਕ ਨੂੰ। ਹਾਂਜੀ, ਤੇ 8 ਤਰੀਕ ਨੂੰ ਬਿਸ਼ਗਲੇ ਜੀ ਰਾਤ ਦਾ ਪ੍ਰੋਗਰਾਮ ਕੀਰਤਨ ਦਾ ਮਾਨ ਆਇਆ ਬਾਬੂ ਆਪਣੇ ਦਾ। ਉਹ ਮੈਂ 2 ਵਾਰੀ ਅਨਾਉਂਸ ਕਰ ਚੁੱਕਾ, ਤੁਸੀਂ ਵੀ ਦੱਸ ਦਿਓ, ਕੋਈ ਗੱਲ ਨਹੀਂ। ਹਾਂਜੀ ਠੀਕ ਆ। ਬਿਸ਼ਗਲੇ ਵੀ ਆਪਣੇ 8 ਤਰੀਕ ਦਾ ਪ੍ਰੋਗਰਾਮ ਆ ਜੀ। ਅੱਛਾ ਜੀ, ਚਲੋ ਠੀਕ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਹੈਲੋ ਹੈਲੋ ਹਾਂਜੀ, ਜੈ ਗੁਰਦੇਵ ਜੀ। ਧੰਨਗਦੇਵ ਸਾਹਿਬ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਰੂਪਲਾਲ ਬੈਂਸ ਗ੍ਰੀਸ ਤੋਂ ਬੋਲ ਰਿਹਾ ਜੀ, ਮੈਰਾਥਨ ਤੋਂ ਜੀ। ਹਾਂਜੀ, ਮੈਰਾਥਨ ਵਾਲਿਓ, ਕੀ ਕਹਿਣਾ ਚਾਹੁੰਦੇ ਹੋ ਜੀ? ਬਸ ਮਹਾਰਾਜ ਤੁਹਾਨੂੰ ਬਿੱਲ ਜਿਹੜਾ ਪਾਸ ਹੋਇਆ ਇਹਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਸਾਰੀ ਤੁਹਾਡੀ
ਕਾਂਛੀ ਟੀਮ ਨੂੰ ਔਰ ਪੂਰੀਆਂ ਜਿੰਨੀਆਂ ਵੀ ਗ੍ਰੀਸ ਦੀਆਂ ਸੰਸਥਾ ਸਾਰਿਆਂ ਨੂੰ ਜੀ। ਇਹ ਸਾਰੀ ਜਗਤ ਨੂੰ ਵਧਾਈਆਂ ਆ ਜੀ। ਤੁਹਾਨੂੰ ਵੀ ਸਾਰਿਆਂ ਨੂੰ। ਤੇ ਹੋਰ ਬਾਕੀ ਇਦਾਂ ਜੀ 6 ਤਰੀਕ ਸ਼ਾਮ ਦਾ ਸ੍ਰੀ ਗੁਰਦਾਸ ਅੰਮ੍ਰਿਤ ਬਾਣੀ ਦਰਬਾਰ ਮਾਰਾਥਨਾਂ ਵਿੱਚ ਪ੍ਰੋਗਰਾਮ ਕਰਵਾਇਆ ਜਾ ਰਿਹਾ ਮਹਾਂਪੁਰਸ਼ਾਂ ਦਾ ਜੀ। 6 ਮਈ ਨੂੰ ਜੀ। ਹਾਂਜੀ ਹਾਂਜੀ 6 ਮਈ ਨੂੰ ਜੀ ਸ਼ਾਮ ਦਾ ਪ੍ਰੋਗਰਾਮ 6 ਵਜੇ ਦਾ ਜੀ। ਮੈਂ ਈਮੇਲ ਵੀ ਕੱਢੀ ਹੈ ਜੀ ਤੁਹਾਨੂੰ ਜੀ। ਚਲੋ ਬਾਅਦ ਚ ਮੈਨੂੰ ਅੱਜ ਮਿਲੀ ਨਹੀਂ ਹੋਣੀ, ਚਲੋ ਮੈਂ ਹੁਣ ਦੁਬਾਰਾ ਰਿਪੀਟ ਕਰ ਦੂੰਗਾ। ਹਾਂਜੀ 6 ਤਰੀਕ ਸ਼ਾਮ ਦਾ ਮਹਾਂਪੁਰਸ਼ਾਂ ਦਾ ਪ੍ਰੋਗਰਾਮ ਕਰਵਾਇਆ ਜਾ, ਸਤਸੰਗ ਕਰਾਇਆ ਜਾ ਰਿਹਾ ਹੈ। ਥੈਂਕ ਯੂ ਜੀ, ਥੈਂਕ ਯੂ ਜੀ। ਕੋਸ਼ਿਸ਼ ਕਰਾਂਗੇ ਪਹੁੰਚਣ ਦੀ ਸਾਰੇ ਅਸੀਂ ਵੀ। ਹੈਲੋ ਜੈਗਦੇਵ ਜੀ। ਹੈਲੋ ਜੀ ਜੈਗਦੇਵ ਸਾਹਿਬ ਜੀ ਗੁਰਦੇਵ ਪ੍ਰਤੀ ਕੈਲੀ ਬੋਲ ਰਿਹਾ ਜੀ, ਮੈਂ ਬੈਡਫੋਰਡ ਤੋਂ। ਹਾਂਜੀ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ ਪਹਿਲਾਂ ਤਾਂ ਕਾਂਸੀ ਟੀਵੀ ਦੇਖਣ ਵਾਲਿਆਂ ਨੂੰ ਸਾਰੀਆਂ ਸੰਗਤਾਂ ਨੂੰ ਪੂਰੀ ਦੁਨੀਆ ਦੇ ਵਿੱਚ ਸਾਰਿਆਂ ਨੂੰ ਬਹੁਤ ਬਹੁਤ ਵਧਾਈ, ਔਰ ਸਪੈਸ਼ਲੀ ਇਹ ਜਿਹੜਾ ਕਾਨੂੰਨ ਬਣਿਆ ਹੈ ਅਤੇ ਦੂਜੀ ਚੀਜ਼ ਕਿ ਜਿਹੜਾ ਕਾਂਸੀ ਟੀਵੀ ਨੇ ਜਿਹੜਾ ਯੋਗਦਾਨ ਇਹਦੇ ਵਿੱਚ ਪਾਇਆ ਆ ਔਰ ਉਹ ਬਿਲਕੁਲ ਸ਼ਲਾਘਾਯੋਗ ਹੈ। ਉਹਦੇ ਲਈ ਮੈਂ ਸਾਰੀ ਕਾਂਸੀ ਟੀਵੀ ਨੂੰ ਵਧਾਈਆਂ ਦੇਣਾ ਚਾਹੁੰਦਾ ਤੇ ਪੂਰੀ ਸੰਗਤ ਨੂੰ ਵਧਾਈਆਂ ਦੇ ਰਿਹਾ। ਇਹ ਕਹਿਲੇ ਸਾਹਿਬ ਇਹ ਜਿਹੜਾ ਕਾਂਚੀ ਟੀਵੀ ਤੁਹਾਡਾ ਆਪਣਾ ਟੀਵੀ ਆ, ਇਹਦੇ ਉੱਤੇ ਇਹ ਗੱਲ ਨਾ ਕਰਾਂਗੇ ਤਾਂ ਹੋਰ ਗੱਲ ਆਪਾਂ ਕਿਹੜੀ ਕਰਾਂਗੇ? ਬਿਲਕੁਲ 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 ਸਹੀ ਗੱਲ ਇਹ ਚੀਜ਼ ਹੈ ਕਿ ਸਾਨੂੰ ਇਹ ਜਿਹੜਾ ਸਾਡਾ ਕਾਂਚੀ ਟੀਵੀ ਹੈ ਇਹਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਔਰ ਇਹਦਾ ਪੂਰਾ ਫਾਇਦਾ ਉਠਾਉਣਾ ਚਾਹੀਦਾ। ਔਰ ਦੂਜੀ ਚੀਜ਼ ਜੇਕਰ ਇਜਾਜ਼ਤ ਹੋਵੇ ਤਾਂ ਇੱਕ ਦੋ ਪੁਆਇੰਟ ਮੈਂ ਰੱਖਣਾ ਚਾਹੁੰਦਾ ਜੀ। ਕਰੋ ਗੱਲ, ਕੋਈ ਨਹੀਂ। ਹਾਂਜੀ ਅੱਛਾ ਜੀ, ਰਾਜ ਬੰਗਰ ਸਾਹਿਬ ਨੇ ਬਿਲਕੁਲ ਬਹੁਤ ਸਪਸ਼ਟ ਗੱਲਾਂ ਦੱਸੀਆਂ ਔਰ ਜੋ ਕਿ ਕਾਨੂੰਨ ਐਕਟ ਦਾ ਮੈਨਾ ਕੀਆ, ਪਰ ਮੈਂ ਆਪਣੇ ਬੁਰੇ ਸੁਣਨ ਵਾਲੇ ਸਰੋਤਿਆਂ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਇਹ ਜਿਹੜਾ ਅਸਲੀ ਜਿਹੜੀ ਸਾਡੀ ਲੜਾਈ ਹੈ ਔਰ ਜਿਹੜੀ ਅਸਲੀ ਜਦੋਜਹਿਦ ਅਜੇ ਹੁਣ ਸ਼ੁਰੂ ਹੋਈ ਹੈ। ਹਾਂਜੀ ਹਾਂਜੀ ਹੈਲੋ ਹੈਲੋ ਜੈਗਦੇਵ ਜੀ। ਜੈ ਗੁਰਦੇਵ ਜੀ। ਧੰਨਗਦੇਵ ਸਾਹਿਬ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਜੀ ਬਲਵੀਰ ਚੰਦ ਸਰੋਆ ਸਪੇਨ ਤੋਂ ਬੋਲ ਰਿਹਾ। ਹਾਂਜੀ ਸਪੇਨ ਤੋਂ ਬੋਲ ਰਹੇ ਸਾਹਿਬ ਜੀ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਸਭ ਤੋਂ ਪਹਿਲਾਂ ਯੂਰਪ ਦੀ ਧਰਤੀ ਦੇ ਸੰਤ ਜਿਹੜੇ ਬੱਲਾ ਵਾਲੇ ਮਹਾਂਪੁਰਸ਼ ਆਏ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ। ਧੰਨਵਾਦ ਜੀ। ਹੋਰ ਕੁਝ ਕਹਿਣਾ ਚਾਹੁੰਦੇ ਤੁਸੀਂ? ਹਾਂਜੀ ਇਹ ਜਿਹੜਾ ਡਿਸਕ੍ਰਿਮੀਨੇਸ਼ਨ ਬਿੱਲ ਜਿਹੜਾ ਪਾਸ ਹੋਇਆ ਲੰਡਨ ਪਿਛਲੇ ਕੱਲ ਜੇ ਪਰਸੋਂ, ਹਾਂਜੀ 23 ਤਰੀਕ ਨੂੰ, ਸਾਰੇ ਵਾਰਡ ਨੂੰ ਜਿੱਦਾਂ ਜਿੰਦੇ ਵੀ ਮੇਰੇ ਡਿਸਕ੍ਰਿਮੀਨੇਸ਼ਨ ਜਿਨ੍ਹਾਂ ਭੈਣਾਂ ਭਰਾਵਾਂ ਨੂੰ ਹੁੰਦਾ ਸੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਉਹਨਾਂ ਦੀ ਬਹੁਤ ਵੱਡੀ ਤਕੜੀ ਫਤਿਹ ਵੀ ਹਾਸਲ ਕੀਤੀ ਹੈ। ਧੰਨਵਾਦ ਜੀ, ਥੈਂਕ ਯੂ ਤੁਹਾਡਾ ਜੀ। ਹੈਲੋ ਇੱਕ ਗੱਲ ਹੋਰ ਥੋੜੀ ਇਨਫੋਰਮੇਸ਼ਨ ਜ਼ਰੂਰੀ ਹੈ ਜੀ। ਹਾਂਜੀ ਹਾਂਜੀ ਕਰੋ ਗੱਲ, ਕਰੋ। ਹਾਂਜੀ ਹਾਂਜੀ 30 ਤਰੀਕ ਨੂੰ ਜਰੋਨਾ ਸ਼ਾਮ ਨੂੰ 5 ਤੋਂ 8 ਵਜੇ ਤੱਕ ਸੰਤਾਂ ਦੇ ਪ੍ਰਵਚਨ ਹੋਣਗੇ ਇੱਥੇ ਜਰੋਨਾ ਸ਼ਹਿਰ। ਇਹ ਤੁਸੀਂ ਭਾਜੀ ਮੈਨੂੰ ਈਮੇਲ ਨਹੀਂ ਆਈ ਤਾਂ ਨਹੀਂ ਮੈਂ ਬੋਲਿਆ ਹੈ। ਓਕੇ ਥੈਂਕ ਯੂ। ਚਲੋ ਕੋਈ ਨਹੀਂ ਹੈ, ਕੋਈ ਨਹੀਂ, ਥੈਂਕ ਯੂ, ਤੁਸੀਂ ਦੱਸ ਦਿੱਤਾ, ਕੋਈ ਗੱਲ ਨਹੀਂ। ਹਾਂਜੀ ਠੀਕ ਹੈ। ਹਾਂਜੀ ਰਾਜ ਜੀ। ਹੈਲੋ ਜੈਗਦੇਵ ਜੀ। ਹਾਂਜੀ ਧੰਨ ਗੁਰਦੇਵ ਜੀ। ਸਾਹਿਬ ਜੀ ਕੌਣ ਤੇ ਕਿੱਥੋਂ ਬੋਲ ਰਹੇ ਜੀ? ਦਾਸ ਸੋਨਾਰਾਮ ਰਾਜ ਜੀ, ਇਟਲੀ ਤੋਂ ਜੀ। ਹਾਂਜੀ ਰਾਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਜੋ ਇਹ ਆਪਣੇ ਮਾਨਤੋਵਾ ਦੇ ਵਿੱਚ ਬਹੁਤ ਵਧੀਆ ਜਾ ਰਿਹਾ ਜੀ। ਤੇ ਅੱਜ ਇੰਡੀਆ ਤੋਂ ਮਹਾਂਪੁਰਸ਼ ਪਹੁੰਚੇ ਸਨ ਮਾਨਤੋਵਾ ਵਿਖੇ। ਅੱਜ ਜੋ ਜਗਤ ਗੁਰੂ ਸਤਿਗੁਰਦਾਸ ਮਹਾਰਾਜ ਜੀ ਦਾ ਗੁਰਪੁਰਬ ਵੀ ਮਨਾਏ ਗਏ। ਹਾਂਜੀ ਤੇ ਤਕਰੀਬਨ 10-12 ਦੀ ਸੰਗਤ ਅੱਜ ਉੱਥੇ ਮੌਜੂਦ ਸੀ ਮਾਨਤੋਵਾ ਗੁਰੂ ਘਰ ਵਿਖੇ। ਅੱਛਾ ਜੀ। ਤੇ ਆਉਣ ਵਾਲੇ ਜਿਹੜੇ ਪ੍ਰੋਗਰਾਮ ਨੇ ਮਹਾਰਾਜ ਜੀ ਜ਼ਰੂਰੀ ਸੀਗੇ ਕਿ ਇੱਕ ਬਹਿਰਗਾਮੋ ਜੋ ਮਹਾਂਪੁਰਸ਼ ਜਾ ਰਹੇ ਨੇ ਸ਼ਨੀਵਾਰ 27 ਅਪ੍ਰੈਲ ਨੂੰ ਦੁਪਹਿਰੋਂ 12 ਵਜੇ ਤੋਂ ਬਾਅਦ ਬਹਿਰਗਾਮੋ ਗੁਰੂ ਘਰ ਵੀ ਜਾ ਰਹੇ ਨੇ ਮਹਾਂਪੁਰਸ਼ ਬਹਿਰਗਾਮੋ ਜੀ। ਅੱਛਾ ਬਹਿਰਗਾਮੋ ਆ ਰਹੇ ਤੇ ਸਾਡੇ ਵੱਲੋਂ ਸਾਰੇ ਪੈਨਲ ਵੱਲੋਂ ਜਿੰਨੇ ਅਸੀਂ ਇੱਥੇ ਬੈਠੇ ਆ ਤੇ ਰਜਿੰਦਰ ਸਿੰਘ ਮੋਖਾ ਜੀ, ਸੁੱਚਾ ਭਾਖੜੀਆਣਾ ਜੋ ਸਾਡੇ ਨਾਲ ਇੱਥੇ ਬੈਠੇ ਆ ਸਾਹਮਣੇ ਸਟੂਡੀਓ ਦੇ ਵਿੱਚ, ਮਹਾਂਪੁਰਸ਼ਾਂ ਦੇ ਚਰਨਾਂ ਸਾਡੇ ਵੱਲੋਂ ਵੀ ਨਮਸਕਾਰ ਕਰਦੇ ਹੋ ਜੀ। ਹਾਂਜੀ ਥੈਂਕ ਯੂ ਜੀ। ਹੈਲੋ ਜੈਗਦੇਵ ਜੀ। ਹੈਲੋ ਹਾਂਜੀ ਜੈਗਦੇਵ ਜੀ। ਸਾਹਿਬ ਜੀ ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਆਪਣੇ ਚਰਨਜੀਤ ਸਿੰਘ ਮਖਾਨੀ ਕੁਆਂਟੀ ਤੋਂ ਬੋਲਦਾ। ਹਾਂਜੀ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਪਹਿਲਾਂ ਤਾਂ ਮੈਂ ਆਪਣੇ ਮਹਾਂਪੁਰਸ਼ਾਂ ਨੂੰ ਜੀ ਆਖਦੇ ਹਾਂ ਤੇ ਸਤਿਗੁਰ ਰਵਿਦਾਸ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਆਪਣਾ ਜੇ ਬਿੱਲ ਪਾਸ ਹੋਇਆ ਹੈ ਤੇ ਹੋਰ ਆਪਣੇ ਜੋ ਬ੍ਰਿਟਿਸ਼ ਐਮਪੀ ਹਨ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ ਤੇ ਹੋਰ ਜਿਨ੍ਹਾਂ ਨੇ ਵੀ ਸਾਧ ਸੰਗਤਾਂ ਨੇ ਇਸ ਜੋ ਯੋਗਦਾਨ ਪਾਇਆ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਇਸ ਤਰ੍ਹਾਂ ਹੀ ਆਪਾਂ ਵੀ ਇਕੱਠੇ ਹੋ ਕੇ ਜੋ ਆਪਣੇ ਕੌਮ ਦੇ ਮਸਲੇ ਹੱਲ ਕਰਦੇ ਰਹੀਏ। ਜੈ ਗੁਰਦੇਵ। ਧੰਨ ਗੁਰਦੇਵ ਜੀ ਬਹੁਤ ਬਹੁਤ। ਹੈਲੋ ਹਾਂਜੀ ਇੰਨੀਆਂ ਕੋਲਾਂ ਆਈਆਂ ਰਾਮ ਜੀ, ਤੁਸੀਂ ਇਹਨਾਂ ਕੋਲਾਂ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਮੈਂ ਤੇ ਇਹ ਕਹਿਣਾ ਚਾਹੁੰਦਾ ਕਿ ਬਹੁਤ ਵਧੀਆ ਸਾਰੀਆਂ ਵਧਾਈਆਂ ਦੇ ਰਹੇ ਨੇ ਔਰ ਇਹਨਾਂ ਦੇ ਨਾਲ ਹੀ ਇਹ ਵਾਕਿਆ ਹੀ ਗੱਲ ਸਹੀ ਹੈ ਕਿ ਇਹ ਇੱਕ ਏਕਤਾ ਦਾ ਔਰ ਯੂਨਿਟੀ ਦਾ ਸਬੂਤ ਆ। ਜਿੱਥੇ ਏਕਤਾ ਹੈ, ਜਿੱਥੇ ਯੂਨਿਟੀ ਹੈ, ਉੱਥੇ ਹਰ ਤੁਸੀਂ ਜਿੱਤ ਪ੍ਰਾਪਤ ਕਰ ਸਕਦੇ ਹੋ। ਔਰ ਨਾਲ ਮੈਂ ਵੀ ਥੋੜ੍ਹਾ ਜਿਹਾ ਆਰਗੇਨਾਈਜੇਸ਼ਨ ਦਾ ਧੰਨਵਾਦ ਕਰ ਦੇਵਾਂ ਜਿੱਦਾਂ ਕਿ ਐਂਟੀ ਕਾਸਟ ਡਿਸਕ੍ਰਿਮੀਨੇਸ਼ਨ ਅਲਾਇੰਸ, ਭਗਵਾਨ ਬਾਲਮੀਕ ਸਭਾਵਾਂ ਨੇ ਵੀ ਸਾਰਿਆਂ ਨੇ ਯੂਕੇ ਦੇ ਵਿੱਚ ਇਹਦਾ ਸਾਥ ਦਿੱਤਾ ਹੈਗਾ। ਦਲਿਤ ਕ੍ਰਿਸਚੀਅਨ ਆਰਗੇਨਾਈਜੇਸ਼ਨ ਵਾਲਿਆਂ ਨੇ ਵੀ ਦਿੱਤਾ ਹੈਗਾ, ਇੰਡੀਅਨ ਵਰਕਰਸ ਐਸੋਸੀਏਸ਼ਨ ਵਾਲਿਆਂ ਨੇ ਵੀ ਦਿੱਤਾ,
ਤੇ ਬਾਕੀ ਡਾਕਟਰ ਅੰਬੇਦਕਰ ਆਰਗੇਨਾਈਜੇਸ਼ਨ ਇਨ ਦਾ UK ਉਹਨਾਂ ਨੇ ਵੀ ਸਾਰਿਆਂ ਨੇ ਇਹਦੇ ਵਿੱਚ ਸਹਿਯੋਗ ਦਿੱਤਾ ਹੈਗਾ, ਤੇ ਬੁੱਧਿਸਟ ਆਰਗੇਨਾਈਜੇਸ਼ਨ ਇਨ ਦਾ UK ਉਹਨਾਂ ਨੇ ਵੀ ਸਾਰਿਆਂ ਨੇ ਸਹਿਯੋਗ ਦਿੱਤਾ। ਤਾਂ ਅਸੀਂ ਸਾਰਿਆਂ ਦਾ ਤਹਿ ਦਿਲੋਂ ਇਹ ਧੰਨਵਾਦ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਇਹ ਏਕਤਾ ਜਿਹੜੀ ਆ ਕਾਇਮ ਰੱਖੋ। ਹਾਂਜੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਾਡੀਆਂ ਮੁਸ਼ਕਲਾਂ ਹਨ ਅਸੀਂ ਉਹਨਾਂ ਨੂੰ ਬੜੇ ਆਸਾਨ ਦੇ ਨਾਲ ਹੱਲ ਕਰ ਸਕਦੇ ਹਾਂ। ਠੀਕ, ਇਹ ਸਨ ਸਾਡੇ ਰਾਮ ਜੀ ਦਾਸ ਚੰਦਰ ਜੀ ਜੋ ਸ਼੍ਰੀ ਗੁਰਦਾਸ ਮਿਸ਼ਨ ਇੰਟਰਨੈਟ ਜਿਹੜੇ ਉਹਦੇ ਖਜ਼ਾਨਚੀ ਹਨ। ਤੇ ਉਹ ਜਿੱਦਾਂ ਵੀ ਕਹਿੰਦੇ ਵੀ ਟਾਈਮ ਜ਼ਰੂਰ ਲੱਗਦਾ ਆ, ਰੱਬ ਦੇ ਘਰ ਦੇ ਰਿਆਂ ਦੇ ਨਹੀਂ ਲਿਖਿਆ ਮੁਕੱਦਰਾਂ ਨੂੰ ਕੋਈ ਖੋ ਨਹੀਂ ਸਕਦਾ, ਵਕਤ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ, ਜੇ ਗਮ ਮਿਲੇ ਤਾਂ ਆਉਣਗੀਆਂ ਖੁਸ਼ੀਆਂ, ਰੱਬ ਦਿਨ ਨਾ ਬਦਲੇ ਇੰਜ ਹੋ ਨਹੀਂ ਸਕਦਾ। ਕਿ ਜੇ ਸਾਡੇ ਨਾਲ ਉਹ ਧੱਕੇ ਸ਼ਾਹੀ ਕਰਦੇ ਸੀ, ਜਾਤ ਪਾਤ ਕਰਦੇ ਸੀ, ਕਿੰਨਾ ਕੁ ਚਿਰ ਕਰਦੇ ਰਹਿਣਾ ਸੀ। ਅੱਜ ਸਾਡੇ ਤੇ ਗੁਰਦਾਸ ਮਹਾਰਾਜ ਨੇ ਕਿਰਪਾ ਕੀਤੀ ਆ, ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਕਿਰਪਾ ਕੀਤੀ ਆ, ਡੇਰਾ ਸੱਚਖੰਡ ਵੱਲਾ ਨੇ ਮਹੰਤ ਪਸਵੀਆਂ ਨੇ ਸਾਡੇ ਤੇ ਕਿਰਪਾ ਕੀਤੀ ਆ ਜਿਸ ਦੀ। ਹੈਲੋ ਜਗਦੇਵ ਜੀ। ਹੈਲੋ ਜੈ ਗੁਰਦੇਵ ਭਾਜੀ। ਧੰਨ ਗੁਰਦੇਵ ਭੈਣ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਹਾਂਜੀ ਸਪੇਨ ਤੋਂ ਬੋਲਦੇ ਭਾਜੀ, ਅਲੋਤ ਤੋਂ। ਹਾਂਜੀ, ਕੀ ਕਹਿਣਾ ਚਾਹੁੰਦੇ ਭੈਣ ਜੀ? ਹਾਂਜੀ ਭਾਜੀ, ਮੈਂ ਰਜਨੀ ਬੋਲਦੀ ਆ। ਬਿੱਲ ਦਾ ਸੁਣ ਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਹਾਂਜੀ, ਤੇ ਖੁਸ਼ੀ ਤਾਂ ਆਪਾਂ ਨੂੰ ਸਾਰਿਆਂ ਨੂੰ ਅੱਜ ਭੰਗੜੇ ਪਾਏ। ਇਹ ਤੁਹਾਨੂੰ ਸੌਰੀ ਕੱਲ ਨੂੰ ਜਿਹੜੀ 23 ਤਰੀਕ ਨੂੰ ਫਿਲਮ ਬਣੀ ਆ, ਕੱਲ ਸ਼ਾਮ ਨੂੰ 1 ਘੰਟੇ ਦਾ ਪ੍ਰੋਗਰਾਮ ਜਾਂ ਕੱਲ ਨੂੰ ਫਿਲਮ ਦਿਖਾਈ ਜਾਊਗੀ, ਜਿਹਦੇ ਵਿੱਚ ਤੁਸੀਂ ਜਿਨ੍ਹਾਂ ਨੂੰ ਜਦੋਂ ਜਿੱਤ ਪ੍ਰਾਪਤ ਹੋਈ ਆ ਖੁਸ਼ੀ ਕਿੱਦਾਂ ਜ਼ਾਹਰ ਕੀਤੀ ਆ ਉਹ ਤੁਸੀਂ ਕੱਲ ਨੂੰ ਦੇਖ ਸਕਦੇ ਹੋ। ਕੱਲ ਸ਼ਾਮ ਦਾ ਪ੍ਰੋਗਰਾਮ ਜੋ ਆ ਉਹ ਕੱਲ ਨੂੰ ਟੇਪ ਜਿਹੜੀ ਵੀਡੀਓ ਬਣੀ ਆ 23 ਤਰੀਕ ਦੀ ਉਹ ਦਿਖਾਈ ਜਾਊਗੀ ਕੱਲ ਸ਼ਾਮ ਨੂੰ ਫਰਾਈਡੇ ਵਾਲੇ ਦਿਨ। ਹੈਲੋ ਓਕੇ ਜੀ, ਥੈਂਕ ਯੂ ਜੀ। ਹਾਂਜੀ ਹੈਲੋ ਜਗਦੇਵ ਜੀ। ਹੈਲੋ ਜਗਦੇਵ ਜੀ। ਹੈਲੋ ਜੈ ਗੁਰਦੇਵ ਜੀ, ਬਲਵੀਰ ਬੋਲਦਾ ਜੀ ਤੋਂ ਬਰਮਿੰਘਮ ਤੋਂ। ਹਾਂਜੀ ਸਾਹਿਬ ਜੀ, ਕੀ ਕਹਿਣਾ ਚਾਹੁੰਦੇ ਹੋ? ਇਹ ਆਪਾਂ ਸਾਰੀ ਕੌਮ ਨੂੰ, ਰਵਿਦਾਸੀਆ ਕੌਮ ਨੂੰ ਵਧਾਈਆਂ ਦੇਣਾ ਚਾਹੁੰਦੇ ਹਾਂ। ਬਿੱਲ ਪਾਸ ਹੋਇਆ ਜਿਹੜਾ ਉਹਨਾਂ ਦਾ। ਇੱਕ ਨਾ ਚੀਜ਼ ਵੱਲ ਛੋਟੀ ਜਿਹੀ ਬੇਨਤੀ ਇਹ ਹੈਗੀ ਆ ਵੀ ਇਹਨਾਂ ਆਪਣੇ ਜਿੰਨੇ ਵੀ ਹੁਣ ਤੁਸੀਂ ਇੱਥੇ ਸੱਜਣ ਪਦਵੰਤੇ ਬੁਲਾਉਂਦੇ ਆ ਨਾ ਵਿਦਵਾਨ, ਇਹਨਾਂ ਨੂੰ ਇੱਕ ਇਹ ਛੋਟੀ ਜਿਹੀ ਬੇਨਤੀ ਇਹ ਕਰੋ ਵੀ ਦੂਸਰੇ ਜਿਹੜੇ ਚੈਨਲ ਹੈਗੇ ਉੱਥੇ ਨਾ ਜਾਣ। ਉਹਦਾ ਕਾਰਨ ਇਹ ਹੈਗਾ ਵੀ ਸਾਡੇ ਆਪਣੇ ਹੀ ਬੰਦੇ ਆ, ਉਹਨਾਂ ਨੂੰ ਉੱਥੇ ਬੁਲਾ ਕੇ ਉਹਨਾਂ ਦੇ ਜ਼ੁਬਾਨ ਚੋਂ ਇਦਾਂ ਦੇ ਅਲਫਾਜ਼ ਉਹ ਕਢਵਾਉਂਦੇ ਹੈਗੇ ਆ ਜਾਂ ਕਢਵਾਉਣਾ ਚਾਹੁੰਦੇ ਆ ਵੀ ਉਹ ਕਮਿਊਨਿਟੀਆਂ ਦੂਸਰੀਆਂ ਉੱਠਣ ਸਾਡੇ ਅਗੇਂਸਟ, ਵੀ ਕੋਈ ਇਦਾਂ ਦਾ ਇਸ਼ੂ ਪੈਦਾ ਹੋਵੇ ਵੀ ਅਸੀਂ ਇਹਨਾਂ ਦਾ ਬਿੱਲ ਰੁਕਵਾਈਏ। ਤੇ ਬੇਨਤੀ ਇਹ ਹੈਗੀ ਆ ਵੀ ਪਲੀਜ਼ ਤੁਸੀਂ ਇੱਥੇ ਹੀ ਖੜੇ ਰਹੋ। ਇੱਥੋਂ ਹੀ ਗਾਹਾਂ ਜਿੱਦਾਂ ਤੁਸੀਂ ਇੱਥੋਂ ਗਾਹਾਂ ਅੱਗੇ ਗਏ ਆ ਉੱਥੇ ਵੀ ਗਾਹਾਂ ਇੱਦਾਂ ਜਾਈ ਜਾਣਾ ਹੈ। ਪਲੀਜ਼ ਕਿਰਪਾ ਕਰਕੇ ਦੂਸਰੇ ਉੱਥੇ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਜੇ ਉਹ ਅਗਲੇ ਨਹੀਂ ਸੋਚਦੇ ਤਾਂ ਕੀ ਕਹਿ ਸਕਦੇ ਉਹਨਾਂ ਨੂੰ? ਇਹ ਤਾਂ ਉਹਨਾਂ ਨੂੰ ਆਪਣੇ ਆਪ, ਹੈਲੋ, ਉਹਨਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ। ਹੈਲੋ ਜਗਦੇਵ ਜੀ। ਹੈਲੋ 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 ਹਾਂਜੀ ਚੌਹਾਨ ਸਾਹਿਬ ਬੋਲਦਾ ਡੱਡਲੇ ਤੋਂ। ਹੈਲੋ ਹਾਂਜੀ ਹੈਲੋ ਜਗਦੇਵ ਜੀ। ਜੈ ਗੁਰਦੇਵ ਜੀ, ਮੈਂ ਪ੍ਰਕਾਸ਼ ਬੋਲਦਾ ਡੱਡਲੇ ਤੋਂ। ਹਾਂਜੀ ਸਾਹਿਬ ਜੀ, ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਤਾਂ ਮੈਂ ਸਾਰੀ ਕੌਮ ਨੂੰ ਅਤੇ ਸਾਰੀ ਹਿਊਮੈਨਿਟੀ ਨੂੰ ਵਧਾਈਆਂ ਦੇਣੀਆਂ ਚਾਹੁੰਦਾ ਕਿ ਜਿਹੜਾ ਇਹ ਬਿੱਲ ਪਾਸ ਹੋਇਆ ਸਿਰਫ ਰਵਿਦਾਸੀਆ ਕੌਮ ਵਾਸਤੇ ਨਹੀਂ ਹੈਗਾ, ਸਾਰੀ ਕਮਿਊਨਿਟੀ ਵਾਸਤੇ ਹੈਗਾ, ਜਿੱਥੇ ਤੱਕ ਮੇਰਾ ਖਿਆਲ ਹੈ। ਠੀਕ ਹੈ, ਸਹੀ ਗੱਲ ਹੈ, ਪੱਕੀ ਗੱਲ ਹੈ ਜੀ। ਇਹ ਸਾਰੀ ਦੁਨੀਆ ਲਈ ਆ, ਇਕੱਲੇ ਰਵਿਦਾਸੀਆਂ ਲਈ ਨਹੀਂ, ਨਾ ਧਰਮੀਆਂ ਲਈ, ਨਾ ਚਮਾਰਾਂ ਲਈ, ਨਾ ਬਾਲਮੀਕਿਆਂ ਲਈ। ਹੈਲੋ ਜਗਦੇਵ ਜੀ। ਅੰਗਰੇਜ਼ ਭਾਜੀ ਮੈਂ ਗੱਲ ਕਰਾਂਗਾ ਮੈਨੂੰ। ਹਾਂਜੀ ਗੱਲ ਹੋ ਰਹੀ ਹੈ ਭਾਜੀ, ਤੁਸੀਂ ਟੱਲੀ ਤੇ ਬੋਲੋ ਜੀ, ਕੀ ਕਹਿਣਾ ਚਾਹੁੰਦੇ ਹੋ? ਆਪਣੇ ਮਕਲੇਰ ਸਾਹਿਬ ਬੋਲਦੇ? ਹਾਂਜੀ ਹਾਂਜੀ ਕਲੇਰ ਸਾਹਿਬ ਜੈ ਗੁਰਦੇਵ, ਮੈਂ ਵਿਕਰ ਚੌਹਾਨ ਬੋਲਦਾ ਬਰਮਿੰਘਮ ਤੋਂ। ਗੁਰਦੇਵ ਸਾਹਿਬ ਜੀ, ਕੀ ਕਹਿਣਾ ਚਾਹੁੰਦੇ ਹੋ? ਸੁਨੇਹਾ ਦਿਓ ਜੀ। ਹਾਂਜੀ ਮੈਂ ਕਲੇਰ ਸਾਹਿਬ, ਮਤਲਬ ਮੈਂ ਇਸ ਬਿੱਲ ਪਾਸ ਹੋਣ ਤੇ ਸਾਰਿਆਂ ਨੂੰ ਜਗਤ ਨੂੰ ਬਹੁਤ ਬਹੁਤ ਵਧਾਈ ਦੇਣਾ, ਖਾਸ ਕਰਕੇ ਟੈਲੀਵਿਜ਼ਨ ਦਾ ਜੋ ਯੋਗਦਾਨ ਸੀ ਹਾਂਜੀ ਤੇ ਬਹੁਤ ਸ਼ਲਾਘਾਯੋਗ ਸੀਗਾ। ਹਾਂਜੀ ਕਾਂਸੀ ਟੀਵੀ ਸਦਾ ਚੜ੍ਹਦੀਆਂ ਕਲਾਂ ਦੇ ਰਹੇ ਤੇ ਆਪ ਜਿੱਦਾਂ ਦਾ ਹੀ ਪ੍ਰੋਗਰਾਮ ਕਰਦੇ ਆ ਬਹੁਤ ਸੋਹਣਾ ਸ਼ਲਾਘਾਯੋਗ। ਤਾਂ ਫਿਰ ਮੈਂ ਆਪਣੇ ਵੱਲੋਂ ਤੇ ਪਰਿਵਾਰ ਵੱਲੋਂ ਇਸ ਬਿੱਲ ਪਾਸ ਦੇ ਹੋਣ ਵਿੱਚ ਬਹੁਤ ਬਹੁਤ ਵਧਾਈ ਦਿੰਦਾ, ਜਿੰਨੇ ਵੀ ਪੈਨਲ ਤੇ ਬੈਠੇ ਆ, ਜਿੰਨੇ ਵੀ ਸਾਥ ਸੁਣਦੇ ਆ ਮੈਨੂੰ। ਜੈਗਦੇਵ ਧੰਨਗਦੇਵ, ਬਹੁਤ ਸੋਹਣਾ ਸੁਨੇਹਾ ਦਿੱਤਾ। ਤੁਸੀਂ ਕੁਝ ਕਹਿਣਾ ਚਾਹੁੰਦੇ ਨਾਲ ਆਪਾਂ ਕਾਲਾਂ ਵੀ ਲੈ ਜਾਣੇ। ਹੈਲੋ ਜੈਗਦੇਵ ਜੀ। ਜੈ ਗੁਰਦੇਵ ਜੀ ਸਾਹਿਬ ਜੀ। ਜੈ ਗੁਰਦੇਵ, ਧੰਨ ਗੁਰਦੇਵ ਸਾਹਿਬ ਜੀ। ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਪਰਮਜੀਤ ਲੋਹਾ ਬੋਲਦਾ ਜੀ। ਹਾਂਜੀ ਪਰਮਜੀਤ ਜੀ, ਕੀ ਕਹਿਣਾ ਚਾਹੁੰਦੇ ਜੀ? ਮੈਂ ਸ਼੍ਰੀ ਗੁਰਦਾਸ ਮਿਸ਼ਨ ਲੰਡਨ ਦੇ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਵਧਾਈਆਂ ਦੇਣੀਆਂ ਚਾਹੁੰਦਾ। ਆਪ ਜੀ ਦੇ ਵਿਚਾਰ ਸੁਣੇ ਨੇ। ਠੀਕ। ਤੇ ਰਾਮ ਜੀ ਦਾਸ ਆਪ ਕੋਲ ਬੈਠੇ ਨੇ, ਸਾਰੀ ਜਿੰਨੀ ਸੰਗਤ ਸੁਣਦੀ ਆ, ਅਸੀਂ ਸਾਰਿਆਂ ਨੂੰ ਆਪਣੇ ਮਿਸ਼ਨ ਦੇ ਵੱਲੋਂ ਵਧਾਈਆਂ ਦੇਣੀਆਂ ਚਾਹੁੰਦੇ ਹਾਂ। ਇਹ ਜੋ ਵੀ ਕਾਨੂੰਨ ਬਣਿਆ ਹੈ, ਇਹ ਬਹੁਤ ਸਾਰੀਆਂ ਸੰਗਤਾਂ ਉੱਥੇ ਆਈਆਂ ਹੋਈਆਂ ਸਨ, ਦੂਰੋਂ ਦੁਲਹਾਨਪੁਰ ਤੋਂ ਵੀ ਸੰਗਤਾਂ ਆਈਆਂ, ਬੈਡਫੋਰਡ ਤੋਂ ਵੀ ਸੰਗਤਾਂ ਆਈਆਂ ਸੀ। ਔਰ ਸਭ ਤੋਂ ਜ਼ਿਆਦਾ ਆਪਣਾ ਮੀਡੀਆ ਜੋ ਕਾਂਸੀ ਟੀਵੀ ਹੈ, ਉਹਨਾਂ ਦਾ ਅਸੀਂ ਆਪਣੇ ਮਿਸ਼ਨ ਦੇ ਵੱਲੋਂ ਧੰਨਵਾਦ ਕਰਦੇ ਹਾਂ, ਕਿਉਂਕਿ ਇਹਨਾਂ ਨੇ ਘਰੋਂ ਘਰੀ ਜੋ ਵੀ ਡਿਸਕ੍ਰਿਮੀਨੇਸ਼ਨ ਹੋਇਆ
ਜੋ ਵੀ ਕਾਨੂੰਨ ਬਣਿਆ ਹੈ ਇਹਨਾਂ ਦਾ ਬਹੁਤ ਵੱਡਾ ਇਹਨਾਂ ਨੇ ਯੋਗਦਾਨ ਪਾਇਆ ਕਾਂਸੀ ਟੀਵੀ ਵਾਲਿਆਂ ਨੇ। ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ। ਜੈ ਗੁਰਦੇਵ। ਧੰਨ ਗੁਰਦੇਵ ਜੀ। ਇਹ ਲਗਾ ਸਾਹਿਬ ਸੀ ਆਪਣੇ ਲੰਡਨ ਤੋਂ ਮਿਸ਼ਨ ਵਾਲੇ ਸੀ, ਲਗਾ ਮਿਸ਼ਨ ਵਾਲੇ। ਹਾਂਜੀ ਹਾਂਜੀ, ਜੇ ਹੁਣ ਟੈਲੀਫੋਨ ਆਇਆ ਹੁਣੇ ਬਿਕਰ ਚੌਹਾਨ ਦਾ, ਰਾਈਟ। ਬਿਕਰ ਚੌਹਾਨ ਐਂਡ ਉਹਦੇ ਭਰਾ ਤਰਸੇਮ ਚੌਹਾਨ, ਰਾਈਟ, ਉਹਨਾਂ ਨੇ ਇਹਦੇ ਵਿੱਚ ਬਹੁਤ ਹੈਲਪ ਕੀਤੀ ਆ, ਰਾਈਟ। ਜਿੱਥੇ ਵੀ ਮੀਟਿੰਗ ਹੋਈ ਆ, ਜਿੱਥੇ ਵੀ ਕੋਈ ਵੀ ਡਿਸਕਸ਼ਨ ਚੱਲੀ ਆ, ਉਹ ਸਾਡੇ ਨਾਲ ਹੋਏ ਆ ਹਰ ਵੇਲੇ। ਉਹਨਾਂ ਨੂੰ ਵੀ ਥੈਂਕ ਯੂ ਕਰਨਾ ਚਾਹੁੰਦਾ, ਨਾਲ ਜਿਹੜੇ ਉਹਨਾਂ ਨਾਲ ਆਏ ਆ ਜਾਂ ਹਰ ਇੱਕ ਮੀਟਿੰਗ 'ਚ ਆਏ ਆ, ਥੈਂਕ ਯੂ। ਹੈਲੋ ਹੈਲੋ, ਜੈ ਗੁਰਦੇਵ ਅੰਕਲ। ਜੈ ਗੁਰਦੇਵ ਜੀ। ਸਾਹਿਬ ਜੀ ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਸਤਵਿੰਦਰ ਕੁਮਾਰ ਰਤੂ ਸਾਹਿਬ ਜਰੋਨਾ ਅਮੇਰ। ਹਾਂਜੀ, ਜਰੋਨਾ ਵਾਲੇ ਹੋ, ਕੀ ਕਹਿਣਾ ਚਾਹੁੰਦੇ? ਰਤੂ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਾਂਚੀ ਟੀਵੀ ਦੇਖਦੇ ਹਾਂ ਤੇ ਸਾਨੂੰ ਬਹੁਤ ਵਧੀਆ ਲੱਗਦਾ। ਹੋਰ ਕੁਝ ਕਹਿਣਾ ਚਾਹੁੰਦੇ ਆ? ਕੋਈ ਗੀਤ ਸੁਣਾ ਦੇ, ਕੋਈ ਦੋ ਲਾਈਨਾਂ ਸੁਣਾ ਦੇ। ਹਾਂਜੀ ਅੰਕਲ, ਜਿਹੜਾ ਇੰਗਲੈਂਡ ਕਾਨੂੰਨ ਪਾਸ ਨਹੀਂ ਹੋਇਆ, ਹਾਂਜੀ, ਸਾਨੂੰ ਬਹੁਤ ਖੁਸ਼ੀ ਆ। ਚਲ ਬਹੁਤ ਬਹੁਤ ਵਧਾਈਆਂ ਬੇਟੇ, ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ। ਨੈਕਸਟ ਸਟੈਪ ਆ ਯੂਰਪ 'ਚ ਵੀ ਇਹ ਆਪਾਂ ਹੁਣ ਲੈ ਕੇ ਜਾਣਾ। ਹੈਲੋ ਹੈਲੋ, ਹਾਂਜੀ ਜੈ ਗੁਰਦੇਵ ਜੀ। ਸਾਹਿਬ ਜੀ ਕੌਣ ਤੇ ਕਿੱਥੋਂ ਬੋਲ ਰਹੇ ਜੀ? ਜੈ ਗੁਰਦੇਵ ਕੁਲੇਰ ਸਾਹਿਬ ਜੀ, ਨਰਿੰਦਰ ਰਾਜ ਚੁੰਬਰ ਬੋਲਦਾ ਇਟਲੀ ਤੋਂ ਜੀ। ਹਾਂਜੀ ਚੁੰਬਰ ਸਾਹਿਬ, ਕੀ ਕਹਿਣਾ ਚਾਹੁੰਦੇ ਹੋ? ਇਹ ਕਹਿਣਾ ਚਾਹੁੰਦੇ ਆ ਜੀ ਬਈ ਜਿੰਨੇ ਵੀ ਇੰਗਲੈਂਡ ਦੇ ਵੀਰ ਆ ਮੇਰੇ, ਸਾਰੇ ਜਣੇ ਕਾਂਚੀ ਟੀਵੀ ਨੂੰ ਜਿਹੜਾ ਹੈ ਨਾ ਅੱਗੇ ਲਿਜਾਣ ਦੀ ਕੋਸ਼ਿਸ਼ ਕਰਨ ਜੀ। ਥੈਂਕ ਯੂ ਜੀ। ਇਹ ਤੁਹਾਡੇ ਨਾਲ ਜਾਣੀ ਮੋਢੇ ਨਾਲ ਮੋਢਾ ਲਾ ਕੇ ਨਾ ਅੱਗੇ ਲਿਜਾਣ ਦੀ ਇਹਨੂੰ ਕੋਸ਼ਿਸ਼ ਕਰਨ ਸਾਰੇ ਜਣੇ। ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ। ਥੈਂਕ ਯੂ ਜੀ ਬਹੁਤ। ਹਾਂਜੀ ਹੈਲੋ। ਜਿਹੜੇ ਨਹੀਂ ਮੰਨਦੇ ਨਾ, ਜਿੱਦਾਂ ਮਾਇਆ ਲੋਕਾਂ ਕੋਲ ਬਹੁਤ ਆ, ਠੀਕ ਹੈ ਨਾ, ਜਿਹੜੇ ਗੁਰਬਾਣੀ ਨੂੰ ਮੰਨਦੇ ਉਹ ਕਹਿੰਦੇ ਜੀ ਅਸੀਂ ਗੁਰਬਾਣੀ ਨੂੰ ਜ਼ਿਆਦਾ ਮੰਨਦੇ, ਪਰ ਉਹਦੇ ਵਿੱਚ ਲਿਖਿਆ ਆ ਕਿ ਮਾਇਆ ਧਾਰੀ ਅੰਨਾ ਅੱਤ ਬੋਲਾ, ਗੁਰ ਸ਼ਬਦ ਨਾ ਸੁਣੇ ਰੋਲ ਘਚੋਲਾ। ਇਹ ਸਾਡੇ ਵਿੱਚ ਆ ਕੇ ਰੋਲਾ ਘਚੋਲਾ ਪਾਉਂਦੇ ਆ। ਠੀਕ ਹੈ ਜੀ, ਚਲੋ ਆਪਾਂ ਕਿਸੇ ਦੀ ਗੱਲ ਨਹੀਂ ਕਰਨੀ, ਆਪਾਂ ਆਪਣੀ ਗੱਲ ਕਰਨੀ ਆ। ਹੈਲੋ ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਧੰਨ ਗੁਰਦੇਵ ਸਾਹਿਬ ਜੀ। ਮਨੋਜ ਬੋਲਦਾ ਤਰਵੀਜੋ, ਇਟਲੀ ਤਰਵੀਜੋ ਤੋਂ। ਹਾਂਜੀ ਤਰਵੀਜੋ ਤੋਂ। ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਆਪ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਜਿਹੜਾ ਇਹ ਬਿੱਲ ਪਾਸ ਹੋਇਆ। ਦੂਜਾ ਮੇਰੀ ਭਾਜੀ ਇੱਕ ਬੇਨਤੀ ਸੀਗੀ। ਹਾਂਜੀ। ਆਪਣੇ ਹੁਸ਼ਿਆਰਪੁਰ ਜੰਡੋਲੀ ਪਿੰਡ ਇੱਕ 10 ਸਾਲ ਦੇ ਬੱਚੇ ਦਾ ਇੱਕ ਦਾ ਜ਼ਿਮੀਦਾਰ ਨੇ ਗਲ ਵੱਢ ਦਿੱਤਾ, ਸ਼ਾਇਦ ਤੁਹਾਨੂੰ ਪਤਾ ਵੀ ਹੋਵੇ। ਕਦੋਂ ਦੀ ਗੱਲ ਹੈ? ਪਰ ਮੈਂ ਦੱਸਣਾ ਚਾਹੁੰਦਾ, ਜਿਹੜਾ ਹੁਸ਼ਿਆਰਪੁਰ ਤੋਂ ਆਪਣੇ ਜਾਂਦੀ ਗੜ ਸਾਈਕਲ ਨੂੰ ਜਾਂਦੀ ਹੈਗੀ ਸੜਕ, ਇੱਕ ਚੱਬੇ ਵਾਲਾ ਅੱਡਾ ਪੈਂਦਾ, ਉਹ ਤੋਂ 5-7 ਕਿਲੋਮੀਟਰ ਦੇ ਪਿੰਡ ਹੈਗਾ। ਮੇਰੀ ਬੇਨਤੀ ਇਹ ਹੈਗੀ ਆ, ਜੇ ਹੋ ਸਕੇ ਤੇ ਕਾਂਚੀ ਟੀਵੀ ਤੇ ਹੋਰ ਜੋ ਸਮੂਹ ਸਾਡਾ ਸਮਾਜ ਹੈਗਾ, ਉਹਨਾਂ ਦੀ ਆਰਥਿਕ ਹਾਲਤ ਜਾ ਕੇ ਦੇਖਣੀ ਚਾਹੀਦੀ ਆ। ਜੋ ਵੀ ਉਹਨਾਂ ਨੂੰ ਮਦਦ ਦੀ ਲੋੜ ਹੈਗੀ ਉਹ ਮਦਦ ਕਰਨ, ਕਿਉਂਕਿ ਉਹਨਾਂ ਦਾ 3 ਕੁੜੀਆਂ ਸੀ, ਇੱਕੋ ਇੱਕ ਭਰਾ ਸੀਗਾ। ਭਾਜੀ ਸਾਈਕਲ ਲੈ ਕੇ ਲੱਗਦਾ ਸਿਰਫ ਇੰਨਾ ਹੀ ਗੁਨਾਹ ਸੀ, ਸਾਈਕਲ ਲੈ ਕੇ ਭਾਜੀ ਤੁਸੀਂ ਕਾਂਚੀ ਟੀਵੀ ਨੂੰ ਈਮੇਲ ਕਰ ਦਿਓ, ਉਹਨਾਂ ਦਾ ਐਡਰੈਸ ਪੋਸਟ ਕਰ ਦਿਓ। ਕਾਂਚੀ ਟੀਵੀ ਦੀ ਟੀਮ ਉੱਥੇ ਜੋ ਪੰਜਾਬ ਦੇ ਵਿੱਚ ਹੈਗੀ ਆ, ਉੱਥੇ ਜਾ ਕੇ ਉਹਨਾਂ ਦੀ ਸਾਰੀ ਖਬਰ ਲਊਗੀ, ਉਹਨਾਂ ਦੀ ਰਿਪੋਰਟ ਵੀ ਬਣਾਊਗੀ, ਉਹਨਾਂ ਦੀ ਜੋ ਮਾਲੀ ਮਦਦ ਵੀ ਕੀਤੀ ਜਾਊਗੀ। ਤੁਸੀਂ ਸਾਨੂੰ ਉਹਨਾਂ ਦਾ ਐਡਰੈਸ ਈਮੇਲ ਕਰ ਦਿਓ ਪਲੀਜ਼, ਉੱਥੇ ਜੋ ਵੀ ਹੈਗਾ, ਠੀਕ ਹੈ ਕਿ ਨਹੀਂ ਜੀ? ਹੈਲੋ ਜੈ ਗੁਰਦੇਵ ਜੀ। ਹੈਲੋ। ਨਾਲ ਦੀ ਨਾਲ ਸਾਡੇ ਜੋ ਇੰਟਰਨੈਟ ਸਭਾ ਦੇ ਖਜ਼ਾਨਚੀ ਸਾਹਿਬ ਆ, ਇਹਨਾਂ ਦੀ ਡਿਊਟੀ ਬਣਦੀ ਆ, ਜੋ ਮੇਰੇ ਵੀਰ ਨੇ ਹੁਣ ਫੋਨ ਕੀਤਾ, ਤੇ ਤੁਸੀਂ ਉਸ ਦੇ ਬਾਰੇ ਕਹਿਣਾ ਚਾਹੁੰਦੇ ਹੋ ਜੋ ਜੰਡੋਲੀ ਦੇ ਵਿੱਚ ਹੋਇਆ ਹੁਸ਼ਿਆਰਪੁਰ 'ਚ? ਹਾਂਜੀ ਦੇਖੋ, ਇਹ ਗੱਲ ਤਾਂ ਇਹ ਅੱਜ ਅਸੀਂ ਜਿੱਤ ਲੰਡਨ ਵਿੱਚ ਪ੍ਰਾਪਤ ਕੀਤੀ ਹੈ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਇਕੁਐਲਿਟੀ ਐਕਟ ਦੇ ਅੰਦਰ ਆਉਂਦਾ, ਬਰਾਬਰਤਾ ਦੇ ਐਕਟ ਦੇ ਅੰਦਰ ਆਉਂਦਾ। ਇਹ ਜਿਹੜੇ ਜ਼ੁਲਮ ਕੀਤੇ ਜਾਂਦੇ ਆ, ਇਹਨਾਂ ਦਾ ਕਾਰਨ ਕੋਈ ਇਹੀ ਆ, ਜਾਂ ਜਾਤਾਂ ਪਾਤਾਂ ਜਾਂ ਕੋਈ ਡਿਫਰੈਂਸਿਸ ਜਾਂ ਕੋਈ ਇਨਸਾਨ ਨਹੀਂ ਸਮਝਦਾ। ਹਾਂਜੀ, ਤੋ ਇੱਥੋਂ ਵਿਕਰਤਾ ਹੁੰਦਾ, ਇੱਥੇ ਇੱਦਾਂ ਦੇ ਹਾਲਾਤ ਕੀਤੇ ਜਾਂਦੇ ਨੇ। ਸੋ ਇਸ ਕਰਕੇ ਸਾਨੂੰ ਜੋ ਵੀ ਉਹ ਬੱਚਿਆਂ ਦੇ ਨਾਲ ਹੋਇਆ ਹੈਗਾ, ਜੋ ਪਰਿਵਾਰ ਨਾਲ ਹੋਇਆ, ਪੂਰੀ ਹਮਦਰਦੀ ਦੇਣੀ ਚਾਹੀਦੀ ਆ। ਹੈਲੋ ਜੈ ਗੁਰਦੇਵ ਜੀ। ਹਾਂਜੀ ਭਾਜੀ, ਮੈਂ ਕਿਰਨ ਵਧਣ ਹਾਲੈਂਡ ਤੋਂ ਬੋਲਦੀ ਭਾਜੀ। ਹਾਂਜੀ ਕੀ ਕਹਿਣਾ ਚਾਹੁੰਦੇ? ਹਾਂਜੀ ਵੈਲਕਮ ਤੁਹਾਡਾ। ਤੇ ਹਾਂਜੀ ਭਾਜੀ, ਜਿਹੜਾ ਲਾਅ ਬਣਿਆ ਡਿਸਕ੍ਰਿਮੀਨੇਸ਼ਨ ਦਾ, ਉਹਦੇ ਲਈ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦੇ ਹਾਂ ਅਸੀਂ। ਧੰਨਵਾਦ ਤੁਹਾਡਾ ਜੀ। ਤੁਸੀਂ ਕੈਨੇਡਾ ਤੋਂ ਕਦੋਂ ਆਏ ਆ? ਭਾਜੀ ਇਹ ਗਏ ਹੋ ਅੱਛਾ ਤੁਸੀਂ ਗਏ? ਅੱਛਾ ਚਲੋ ਠੀਕ ਹੈ। ਹਾਂਜੀ ਅੱਛਾ ਚਲੋ ਠੀਕ ਹੈ। ਭਾਜੀ ਬਹੁਤ ਤੁਹਾਡੀ ਮਿਹਨਤ ਦਾ ਸਦਕਾ ਅਸੀਂ ਖੁਸ਼ੀ ਸਾਨੂੰ ਜਿਹੜੀ ਮਿਲੀ ਆ ਨਾ, ਇਹ ਸਾਰੀ ਕੌਮ ਦੀ ਦੱਸ ਨਹੀਂ ਸਕਦੇ ਸ਼ਬਦਾਂ 'ਚ। ਇਹ ਸਾਰੀ ਕੌਮ ਦੀ, ਸਾਰੀ ਰਵਿਦਾਸੀਆ ਕੌਮ ਦੀ ਭਾਜੀ, ਜਿਹੜੀਆਂ ਸੰਗਤਾਂ ਗਈਆਂ ਉੱਥੇ, ਉਹਨਾਂ ਨੂੰ ਵੀ ਬਹੁਤ ਬਹੁਤ ਥੈਂਕ ਯੂ ਸਾਡੀ ਵੱਲੋਂ। ਪਤਾ ਨਹੀਂ ਕਿੱਦਾਂ ਅਰੇਂਜ ਕਰਕੇ ਸਾਰੇ ਪਹੁੰਚੇ ਆ, ਬਹੁਤ ਬਹੁਤ ਥੈਂਕ ਯੂ ਸਾਡੀ ਵੱਲੋਂ। ਇਹ ਤੁਹਾਡਾ ਭੈਣ ਜੀ ਸਾਰਾ ਸੁਨੇਹਾ ਪਹੁੰਚ ਰਿਹਾ, ਸਾਰੀ ਦੁਨੀਆ ਦੇਖ ਰਹੀ ਹੈ, ਸੁਨੇਹਾ ਪਹੁੰਚ ਰਿਹਾ ਤੁਹਾਡਾ। ਉਹਨਾਂ ਦੀ ਵੇਟ ਕਰ ਰਹੇ ਹਾਂ ਅਸੀਂ। ਥੈਂਕ ਯੂ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਕਾਂਚੀ ਟੀਵੀ ਲੌਂਗ ਲਿਵ ਕਾਂਚੀ ਟੀਵੀ। ਥੈਂਕ ਯੂ, ਬਹੁਤ ਬਹੁਤ ਥੈਂਕ ਯੂ ਜੀ। ਥੈਂਕ ਯੂ। ਹਾਂਜੀ ਥੈਂਕ ਯੂ ਜੀ ਜਗਦੇਵ ਜੀ, ਧੰਨਵਾਦ। ਪਰਮਜੀਤ ਜੱਸਲ ਜੀ ਮਾਨ ਤੋਂ ਬਾਅਦ ਤੁਸੀਂ ਆਏ, ਤੁਸੀਂ ਵੀ ਦੋ ਲਫ਼ਜ਼। ਇੱਕ ਕਿਸੇ ਸ਼ਾਇਰ ਨੇ ਗੱਲ ਕਹੀ ਹੈ ਕਿ ਜਿਹੜੀ ਬੱਕਰੀ ਸ਼ੇਰ ਦੇ ਹੱਥ ਆ ਜਾਏ, ਉਹਦਾ ਮਾਸ ਵੀ ਨਹੀਂ
ਤੇ ਉਹਦੀ ਖੱਲ ਵੀ ਨਹੀਂ। ਜਿਹੜੀ ਕੌਮ ਦੇ ਖੂਨ ਵਿੱਚੋਂ ਚਲੀ ਜਾਏ ਗੈਰਤ, ਉਹ ਕੌਮ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ। ਮੈਂ ਸਾਰੇ ਸੱਜਣਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਜਿਹੜਾ ਵੀ ਬੀੜਾ ਚੁੱਕੀਏ, ਸਾਨੂੰ ਉਹਦੇ ਵਿੱਚ ਇਸੇ ਤਰ੍ਹਾਂ ਦਾ ਸਬੂਤ ਮਿਲਣਾ ਚਾਹੀਦਾ ਤੇ ਵੱਧ ਤੋਂ ਵੱਧ ਹਰ ਬੰਦੇ ਨੂੰ ਚਾਹੀਦਾ, ਸਾਨੂੰ ਨਹੀਂ, ਇਹ ਜਿਹੜਾ ਅਸੀਂ ਅੱਜ ਜਿੱਤ ਪ੍ਰਾਪਤ ਕੀਤੀ ਆ, ਇਹ ਸਾਡੀ ਇਕੱਲਿਆਂ ਦੀ ਨਹੀਂ, ਇਹ ਸਾਰੀਆਂ ਕੌਮਾਂ ਦੀ। ਜਿਹੜੇ ਵੀਰਾਂ ਨੇ ਵਿਰੋਧ ਵੀ ਕੀਤਾ, ਅਸੀਂ ਵੀ ਉਹਨਾਂ ਨੂੰ ਵੀ ਬਹੁਤ ਵਧਾਈਆਂ ਦਿੰਦੇ ਆ। ਹੈਲੋ ਜੈਗਦੇਵ ਜੀ। ਇਹ ਚੀਜ਼ ਦੀਆਂ। ਹਾਂਜੀ ਜੈਗਦੇਵ ਜੀ। ਧਨਗਦੇਵ ਸਾਹਿਬ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਸਰ ਜੀ ਇਟਲੀ ਤੋਂ ਬੋਲ ਰਹੇ, ਰਿਜੋ ਕਲਾਬਰੀਆ ਤੋਂ। ਹਾਂਜੀ ਰਿਜੋ ਕਲਾਬਰੀਆ ਤੋਂ, ਕੀ ਕਹਿਣਾ ਚਾਹੁੰਦੇ ਸਾਹਿਬ? ਹਾਂਜੀ ਸਰ ਜੀ, ਸਾਨੂੰ ਬਹੁਤ ਬਹੁਤ ਵਧਾਈਆਂ ਜਿਹੜਾ ਬਿੱਲ ਪਾਸ ਕੀਤਾ ਆਪਾਂ। ਹਾਂਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਹਾਂਜੀ ਸਰ, ਇਸ ਬੇਸ ਤੇ ਮੈਂ ਗੱਲ ਕਰਨੀ ਹੈ, ਬਹੁਤ ਵਧੀਆ ਗੱਲ ਹੈ ਜੀ। ਆਪਣਾ ਮਿਸ਼ਨ ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ, ਬਹੁਤ ਵਧੀਆ ਗੱਲ ਹੈ ਜੀ। ਇਹ ਵਧਣਾ ਵੀ ਚਾਹੀਦਾ ਆ, ਇਹ ਵਧਣਾ ਚਾਹੀਦਾ। ਬਾਬਾ ਸਾਹਿਬ ਦੀ ਦੇਣ ਆ, ਸਾਡੇ ਮਹਾਂਪੁਰਸ਼ਾਂ ਦੀ ਦੇਣ ਆ। ਉਹ ਦੋ ਲਾਈਨਾਂ ਆਉਂਦੀਆਂ, ਲੋਕ ਗਾਂਧੀ ਕਹਿੰਦੇ, ਲੋਕ ਗਾਂਧੀ ਨੂੰ ਭੁਲਾ ਦੇਣਾ ਚਾਹੁੰਦੇ ਹਨ। ਹੈਲੋ ਜੈਗਦੇਵ ਜੀ। ਹੈਲੋ। ਲੋਕ ਗਾਂਧੀ ਨੂੰ ਭੁਲਾ ਦੇਣਾ ਚਾਹੁੰਦੇ ਹਨ, ਪਰ ਸਰਕਾਰ ਭੁਲਾਉਣਾ ਨਹੀਂ ਚਾਹੁੰਦੀ। ਸਰਕਾਰ ਬਾਬਾ ਸਾਹਿਬ ਨੂੰ ਭੁਲਾਉਣਾ ਚਾਹੁੰਦੀ ਆ, ਪਰ ਲੋਕ ਭੁੱਲਣ ਨਹੀਂ ਦਿੰਦੇ। ਦੇਖੋ ਕਿੱਡਾ ਅੰਤਰ ਆ ਰਾਜੀ। ਹਾਂਜੀ, ਕਿੱਡਾ ਅੰਤਰ ਆ। ਬਹੁਤ। ਮੈਂ ਇੱਕ ਗੱਲ ਮਾੜੀ ਜੀ ਕਹਿਣੀ ਚਾਹੀਦਾ, ਜਦੋਂ ਪਿਛਲੀ ਵਾਰੀ ਆਪਾਂ ਤੇ ਬੈਠੇ ਸੀਗੇ, ਮੈਂ ਉਦੋਂ ਵਿਦਿਆ ਗੌਤਮ ਜੋ ਭੁੱਖ ਹੜਤਾਲ ਕੀਤੀ ਸੀ, ਕਿ ਗੱਲ ਕੀਤੀ ਸੀ, ਹੁਸ਼ਿਆਰਪੁਰ ਸੀਗੀ, ਰਾਈਟ। ਉਸ ਟਾਈਮ ਤੇ ਮੈਂ ਦੱਸਿਆ ਸੀਗਾ ਕਿ ਕੋਈ ਨਿਊਜ਼ਪੇਪਰ ਨੇ ਨਹੀਂ ਇਹ ਪਿਕਅਪ ਕੀਤਾ ਇੰਡੀਆ ਦੇ ਵਿੱਚ, ਕੋਈ ਨਿਊਜ਼ ਚੈਨਲ ਨੇ ਨਹੀਂ ਪਿਕਅਪ ਕੀਤਾ। ਜਿਹੜਾ ਆ ਆਪਣੀ ਖਬਰ ਆ ਇੱਥੇ ਦੀ, ਇੰਡੀਆ 'ਚ ਇੱਕ ਵੀ ਨਿਊਜ਼ਪੇਪਰ ਕਿਸੇ ਨੇ ਨਹੀਂ ਦਿੱਤੀ, ਰਾਈਟ। ਆਸਟ੍ਰੇਲੀਆ ਤੱਕ ਪਹੁੰਚ ਗਈ, ਸਵੀਡਨ ਤੱਕ ਪਹੁੰਚ ਗਈ, ਅਮਰੀਕਾ ਤੱਕ ਪਹੁੰਚ ਗਈ, ਪਰ ਸਾਡੀ ਜਿੱਥੇ ਹੋਣੀ ਚਾਹੀਦੀ ਆ ਇਹ ਨਿਊਜ਼, ਉੱਥੇ ਨਹੀਂ, ਕਿਉਂ ਨਹੀਂ ਦਿੱਤੀ ਜਾਂਦੀ? ਉਹ ਚਾਹੁੰਦੇ ਨਹੀਂ। ਹਾਂ, ਆਪਣੇ ਹੁਣ ਲਾਸਟ ਮਿੰਟ ਰਹਿ ਗਿਆ ਤੇ ਆਪਾਂ ਸਾਰਿਆਂ ਵੱਲੋਂ ਤੁਹਾਨੂੰ ਆਪਣੇ ਚੌਹਾਨ ਸਾਹਿਬ, ਤੁਸੀਂ ਫਿਊ ਸੈਕਿੰਡ ਲਈ ਕੁਝ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਅਸੀਂ ਸਾਰੀ ਕਮਿਊਨਿਟੀ, ਸਾਰੀਆਂ ਕੌਮਾਂ, ਸਾਰੇ ਗੁਰੂ ਘਰ ਰਲ ਮਿਲ ਕੇ ਕੰਮ ਕਰੀਏ, ਇਹ ਸਾਡੀ ਜਿੱਤ ਹੋਈ ਆ। ਇਸੇ ਕਰਕੇ ਜਿੱਦਾਂ ਭਾਈ ਸਾਹਿਬ ਨੇ ਕਿਹਾ, ਜੇ ਕੋਈ ਘੇਸਰਾ ਹੋ ਕੇ ਪਿਆ ਹੋਵੇ, ਜੇ ਕੋਈ ਸੁੱਤਾ ਹੋਵੇ ਤਾਂ ਗੱਲ ਠੀਕ ਹੈ, ਉਹਨੂੰ ਨਹੀਂ ਜਗਾ। ਜੇ ਕੋਈ ਘੇਸਰਾ ਹੋ ਕੇ ਪਿਆ, ਉਹਨੂੰ ਜਗਾ ਨਹੀਂ ਸਕਦਾ। ਹਾਂਜੀ ਉੱਠੋ ਔਰ ਆਪਾਂ ਹੰਭਲ ਹਾਂਜੀ ਪਰਮਜੀਤ ਜਸਲ ਜੀ ਮਾਨਤੋ ਵਾਲੇ ਹੋ। ਹਾਂਜੀ, ਅਸੀਂ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿੱਦਾਂ ਅਸੀਂ ਆਹ ਜਿੱਤ ਪ੍ਰਾਪਤ ਕੀਤੀ ਆ, ਅੱਗੇ ਤੋਂ ਵੀ ਅਸੀਂ ਜਿਹੜੇ ਵੀ ਕੰਮ ਨੂੰ ਹੱਥ ਪਾਈਏ, ਜਿਹੜੇ ਵੀ ਕਾਨੂੰਨ ਨੂੰ ਅਸੀਂ ਆਪਣੇ ਦੇ ਵਿੱਚ ਲੈਣਾ ਚਾਹੀਏ ਜਾਂ ਕੰਪਲੀਟ ਤੇ ਕੰਪੇਟ ਕਰੀਏ, ਸਾਡੀ ਕੌਮ ਨੂੰ ਚਾਹੀਦਾ ਹੈ ਕਿ ਵੱਧ ਤੋਂ ਚੜ੍ਹ ਕੇ ਹਿੱਸਾ ਪਾ ਕੇ ਸਾਡਾ ਸਹਿਯੋਗ। ਜੀ ਰਾਜਬੰਗਰ ਜੀ। ਅੱਛਾ, ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਆ ਪ੍ਰੋਗਰਾਮ ਆਪਾਂ ਕਰ ਰਹੇ ਹਾਂ ਨਾ, ਜਿੰਨੇ ਵੀ ਹੈ ਸਾਡੇ ਵੈਬਸਾਈਟ ਤੇ ਅਵੇਲੇਬਲ ਆ, kanchetv.co.uk ਤੇ ਜਾ ਕੇ ਦੇਖੋ। ਤੁਸੀਂ ਹਰ ਇੱਕ ਪ੍ਰੋਗਰਾਮ ਜਿਹੜਾ ਅੱਜ ਤੱਕ ਹੋਇਆ ਉਹ ਤੁਸੀਂ ਦੇਖ ਸਕਦੇ, ਹਿਸਟੋਰਿਕਲੀ ਤੁਸੀਂ ਦੇਖ ਸਕਦੇ। ਹਾਂਜੀ ਰਾਮਦਾਸ ਚੰਦਰ। ਹਾਂਜੀ ਕਲੇਰ ਸਾਹਿਬ ਜੀ, ਜਿੱਦਾਂ ਭਾਜੀ ਹੁਣੇ ਜਾਣਕਾਰੀ ਦਿੱਤੀ ਹੈ ਕਿ ਕਈ ਆਪਣੀਆਂ ਹੀ ਰਵਿਦਾਸੀਆਂ ਸਭਾਵਾਂ ਨੇ ਜਿਨ੍ਹਾਂ ਨੇ ਇਹਦੇ ਵਿੱਚ ਨਹੀਂ ਹਿੱਸਾ ਲਿਆ। ਸੋ ਜੇ ਅਗਰ ਉਹਨਾਂ ਦਾ ਵਰਤਾਓ ਦੇਖਿਆ ਜਾਵੇ ਤੇ ਕਹਿੰਦੇ ਆਪਾਂ ਤਾਂ ਸੁਣਦੇ ਹਾਂ ਕਿ ਜੇ ਦੋ ਬੇੜੀਆਂ 'ਚ ਪੈਰ ਰੱਖਣ ਵਾਲਾ ਡੁੱਬ ਜਾਂਦਾ। ਇਹ ਤਿੰਨਾਂ ਬੇੜੀਆਂ 'ਚ ਪੈਰ ਰੱਖ ਰਹੇ ਨੇ, ਹਿੰਦੂ ਮਰਿਆਦਾ ਤੇ ਚੱਲ ਰਹੇ ਨੇ, ਆਰਤੀਆਂ ਕਰ ਰਹੇ ਨੇ, ਸਿੱਖਜ਼ਮ ਗ੍ਰੰਥ ਰੱਖਿਆ ਆ ਤੇ ਉਹ ਬਾਹਰ ਹਰ ਦੇ ਝੰਡੇ ਲਾਏ ਨੇ, ਕਹਿੰਦੇ ਰਵਿਦਾਸੀਆ। ਤਿੰਨਾਂ ਬੇੜੀਆਂ 'ਚ ਪੈਰ ਰੱਖਣਗੇ ਤੇ ਮੈਨੂੰ ਤਾਂ ਸ਼ਰਮ ਆਉਂਦੀ ਹੈ ਔਰ ਡਰ ਲੱਗਦਾ ਕਿ ਇਹਨਾਂ ਦੀ ਇਹ ਕਿੱਦਾਂ ਪਾਰ ਬ੍ਰਹਮ ਤੋਂ ਇੱਥੋਂ ਪਾਰ ਹੋਣਗੇ। ਸੋ ਰਾਮ ਜੀ ਦਾ ਚੰਦਰ ਜੀ ਤੇ ਅਸੀਂ ਜੋ ਵੀ ਸਾਡੇ ਸਾਰੇ ਸਾਥੀਆਂ ਨੇ, ਮੇਰੇ ਭੈਣਾਂ ਭਰਾਵਾਂ ਨੇ, ਮੇਰੇ ਦੋਸਤਾਂ ਨੇ ਸੁਣਿਆ, ਸਾਨੂੰ ਕੋਲਾਂ ਕੀਤੀਆਂ ਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਬਿਜ਼ਨਸ ਟੀਵੀ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਸਾਰੇ ਪੈਨਲ ਦਾ ਮੈਂ ਧੰਨਵਾਦ ਕਰਦਾ ਤੇ ਅਸੀਂ ਅਗਲੇ ਹਫਤੇ ਇਸੇ ਟਾਈਮ ਫਿਰ ਮਿਲਾਂਗੇ। ਜੈ ਗੁਰਦੇਵ। ਜੈ ਗੁਰਦੇਵ। ਧੰਨਵਾਦ। Street.